सो सरवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सलोक जतसरी दी वार दा ये पंजवां सलोक अते महला पौड़ी समेत है। पिछे आपने विचार सरवण की है चौथे सलोक दी कि कुटुंब यतन करन। ये जीव तू परिवार नूं पालन पोषण वास्ते अनेकां ही यतन उपाव करदा रहिंदा है। माया अनेक उद्यम है अते माया की प्राप्ति वास्ते बहुते ही यतन करदा है। हर भगत भावहीनं हे जीव जो पुरख परमेश्वर की प्रेमा भगती तो रहत हन। नानक प्रभ बिसरत ते प्रेतत है। परमेश्वर नूं भुलने करके ओह पुरख प्रेत की तरह हन या वो प्रेत बनते ने। टुटड़िया सप्रीत वो प्रीति टुट जान वाली है जो लाई बेअन स्यों जिहड़ी दूसरे संबंधियों नाल लगाई हुई है। या प्रीति टुट जान वाली है जो परमेश्वर के नाम तो बिना विशेष करके अनभाव द्वैत के नाल लगाई हुई है। नानक सच्ची रीत साईं सेती रतिया। सतगुरु जी महाराज कथन करते हैं कि हे जीव यही प्रीति की सच्ची रीति है जो परमेश्वर के नाल चित्त दा रंगिया जाना है। पौड़ी जिस बिसरत तन भस्म होए जिस परमेश्वर की चेतन सत्ता की विदा होने तो शरीर स्वाह हो जाता है। कहते सब प्रेत अते सारे संबंधी प्रेत प्रेत कहन लग जाते हैं। इन ग्रह में बसन न देवही जिन्ना संबंधियों के नाल जिन स्यों सोई हेत तोरा हित सीगा वही संबंधी मुरदे हुए तो तेनों एक खिन भी घर दे विच रहन नहीं देवणगे। काढो काढो होई काढो काढो जल्दी करो मरकट लो सब लोग कुटुंब मिल आगे हंस अकेला। कर अनर्थ दर्भ संचिया जिन्हां संबंधियों के वास्ते उपद्रव पाप कर्म करके धन इकत्र किया सी। वो धन अंत नूं सो कारज केत किस दे काम आया पर अंत नूं आत्मा दे किसी काम न आया। जैसा बीजे सो लुने कर्म एहो खेत ये तन कर्मां दा मानो खेत है। इस विच जिहो जिहा कर्म रूपी कोई चंगा मंदा बीज बीजदा उही वो वढदा है। अकिरत कणा हर विसरिया परमेश्वर वालों कीते उपकारां नूं भुल्लण वाले पुरखां नूं हरि परमेश्वर भरिया होया है। जोनी परमेत जिस करके वो जोनियां दे विच भरमदे रहिंदे हन। जिहड़े अकिरत कण वाहिगुरु जी दे कीते परोपकारां नूं भुलाउण वाले ने उन्हां दी कदी भी गति नहीं हुंदी कदी उन्हां दी मुक्ति नहीं हुंदी। जमन मन के गेट दे विच हमेशा ही पए रहिंदे हन। सो इंज पातशाह ने पिछले चौथे श्लोक दे विच बख्शिश रहमत कीती सी
ਹੁਣ ਪੰਜਵਾਂ ਸ਼ਲੋਕ ਪ੍ਰਾਰੰਭ ਕਰ ਰਹੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਪਿਆਰ ਨਾਲ ਸੁਣੋ ਜੀ, ਗੱਜ ਕੀ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਵੈ ਲੋਕ ਜਾਂ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਛੰਦ ਦਾ ਨਾਮ ਸ਼ਲੋਕ ਹੈ। ਊਟ ਦਾ ਲਿਸਨਾਨੰ ਉਹਨੇ ਕਰੋੜਾਂ ਰੁਪਈਏ ਦੇ ਦਾਨ ਕਰ ਲਏ ਨੇ। ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਆਣ ਕੇ ਘਰ ਹੀ ਪ੍ਰਾਪਤ ਹੋ ਗਿਆ। ਨਾਨਕ ਸੋਧਨ ਪਵਿੱਤਰਤ ਹੈ। ਅਨੇਕਾਂ ਹੀ ਸੋਧਾਂ ਤੇ ਪਵਿੱਤਰਤਾ ਸੁਚਤਾ ਦੇ ਸਾਧਨ ਉਸਨੇ ਕਰ ਲਏ, ਜਾਂ ਅਨੇਕਾਂ ਸੋਧਾਂ ਕਰਕੇ ਮਨ ਪਵਿੱਤਰ ਨਹੀਂ ਹੋ ਸਕਦਾ। ਜਰੰਤ ਨਾਨਕ ਹਰ ਹਰ ਰਸਨਾ। ਸਤਿਗੁਰੂ ਜੀ ਮਹਾਰਾਜ ਉਚਾਰਨ ਕਰਦੇ ਹਨ ਕਿ ਜਿਸ ਪੁਰਖ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਰਸਨਾ ਜ਼ਬਾਨ ਦੇ ਨਾਲ ਉਚਾਰਨ ਕੀਤਾ ਹੈ। ਸਰਬ ਪਾਪ ਮੁਝਤੇ ਉਸ ਦੇ ਸਾਰੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਗੁਨਾਹ ਹਨ ਇਹ ਬੇਮੁੱਚ ਤੇ ਨਾਸ਼ ਹੋ ਜਾਂਦੇ ਹਨ, ਜਾਂ ਪਾਪ ਵੀ ਵਿਸ਼ੇਸ਼ ਕਰਕੇ ਮੁੱਚ ਤੇ ਛੱਡ ਜਾਂਦੇ ਹਨ। ਇਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਕਿ ਪਾਪਾਂ ਤੋਂ ਕਿਵੇਂ ਛੁੱਟੀਦਾ ਹੈ। ਤਾਂ ਸਤਿਗੁਰੂ ਮਹਾਰਾਜ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ। ਜਿਵੇਂ ਬਹੁਤੀਆਂ ਹੀ ਲੱਕੜੀਆਂ ਦਾ ਢੇਰ ਇਕੱਠਾ ਕਰ ਦਈਏ ਤੇ ਉਹਦੇ ਵਿਚਾਲੇ ਭੋਰਾ ਰੰਚਕ ਮਾਤਰ ਅੱਗ ਰੱਖ ਦਿੱਤੀ ਜਾਵੇ ਤਾਂ ਸਾਰੀਆਂ ਹੀ ਲੱਕੜੀਆਂ ਸੜ ਕੇ ਸੁਆਹ ਹੋ ਜਾਂਦੀਆਂ ਹਨ। ਇਸੇ ਪ੍ਰਕਾਰ ਅਨੇਕਾਂ ਜਨਮਾਂ ਦੇ ਬਹੁਤੇ ਪਾਪ ਲੱਕੜਾਂ ਦੇ ਢੇਰ ਦੀ ਤਰ੍ਹਾਂ ਹਨ। ਜੇ ਥੋੜ੍ਹਾ ਸਮਾਂ ਵੀ ਚਿੱਤ ਜੋੜ ਕੇ ਪਰਮੇਸ਼ਰ ਦਾ ਭਜਨ ਕਰ ਲਈਏ ਇਹ ਅੱਗ ਦੀ ਤਰ੍ਹਾਂ ਹੈ ਤਾਂ ਕਰੋੜਾਂ ਜਨਮਾਂ ਦੇ ਪਾਪ ਨਾਮ ਰੂਪੀ ਅਗਨੀ ਦੇ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਦਗਧ ਹੋ ਜਾਂਦੇ ਹਨ। ਬਹੁਤਾ ਵੀ ਕੋਈ ਜ਼ਰੂਰੀ ਨਹੀਂ ਕਿ ਬਹੁਤਾ ਲੰਬਾ ਸਮਾਂ, ਜਿਸ ਤਰ੍ਹਾਂ ਪੁਰਾਣੇ ਰਿਸ਼ੀ ਮੁਨੀ ਕਈ ਸਾਲ ਕਈ ਯੁੱਗ ਸਮਾਧੀ ਲਾ ਕੇ ਬੈਠੇ ਰਹਿੰਦੇ। ਕਲਯੁਗ ਦੇ ਵਿੱਚ ਸਾਡੇ ਸਰੀਰ ਕਮਜ਼ੋਰ ਹਨ, ਸਮਾਧੀ ਲਾਉਣੀ ਬੜੀ ਮੁਸ਼ਕਿਲ ਹੈ, ਇੰਨਾ ਚਿਰ ਬੈਠਣਾ ਬੜਾ ਔਖਾ ਹੈ। ਕਲਗੀਧਰ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਮਨ ਇੱਕ ਚਿੱਤ ਦੀ ਇਕਾਗਰਤਾ ਦੇ ਨਾਲ ਜਿਸ ਨੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ ਉਹ ਕਾਲ ਦੀ ਫਾਹੀ ਦੇ ਵਿੱਚ ਨਹੀਂ ਆਇਆ ਇੱਕ ਛਿਨ ਮਾਤਰ ਵੀ। ਘੋਰ ਦੁਖੀਆਂ ਅਨਕ ਹਤਿਆਂ ਜਨਮ ਦਰਿਦਰੰ ਮਾਹ ਵਿਖਿਆਦਨ ਮਿਟੰਦ ਸਗਲ ਸਿਮਰੰਦ ਹਰ ਨਾਮ ਨਾਨਕ ਜੈਸੇ ਪਾਵਕ ਕਾਸ ਭਸਮੰ ਕਰੋਥ। ਭਿਆਨਕ ਦੁੱਖ ਚੰਬੜੇ ਹੋਣ, ਅਨੇਕਾਂ ਹੱਤਿਆਵਾਂ ਦਾ ਦੋਸ਼ ਸਿਰ ਉੱਪਰ ਚੜ੍ਹਿਆ ਹੋਵੇ, ਜਨਮਾਂ ਜਨਮਾਤਰਾਂ ਦਾ ਦਲਿੱਦਰ ਜਾਂ ਜਨਮਾਂ ਜਨਮਾਤਰਾਂ ਦੀ ਗਰੀਬੀ ਇਨਸਾਨ ਦੀ ਗਲ ਦੇ ਵਿੱਚ ਪਈ ਹੋਵੇ, ਮਹਾਂ ਵਿਖਿਆਦਨ ਬੜੇ ਬੜੇ ਵਜਰ ਪਾਪ। ਸੋ ਸਾਡੇ ਪਿਛਲੇ ਜਨਮਾਂ ਦੇ ਜਮ੍ਹਾਂ ਹੋਣ, ਮਿਟੰਦ ਸਗਲ ਸਾਰੇ ਹੀ ਮਿਟ ਜਾਂਦੇ ਨੇ। ਕਿਸ ਤਰੀਕੇ ਦੇ ਨਾਲ? ਸਿਮਰੰਤ ਹਰ ਨਾਮ ਨਾਨਕ,
ਹਰੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਅਨੇਕਾਂ ਹੀ ਪਾਪ ਉਤਰ ਜਾਂਦੇ ਹਨ। ਜੈਸੇ ਪਾਵਕ ਕਾਸਤ ਭਸਮ ਗਰੋਧ, ਜਿਵੇਂ ਅੱਗ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਵਾਹ ਕਰ ਦਿੰਦੀ ਹੈ, ਇੰਜ ਪ੍ਰਭੂ ਦਾ ਨਾਮ ਜਿੰਨੇ ਮਰਜ਼ੀ ਕਰਮ ਧਰਮ ਹੋਣ, ਪਾਪ ਉਪਦਰਵ ਹੱਤਿਆਵਾਂ ਦਾ ਦੋਸ਼ ਹੋਵੇ, ਸਾੜ ਕੇ ਦਗਧ ਕਰ ਦਿੰਦਾ ਹੈ, ਸੁਆਹ ਕਰ ਦਿੰਦਾ ਹੈ। ਇੰਨੀ ਮਹਾਰਾਜ ਦੇ ਨਾਮ ਦੀ ਤਾਕਤ ਹੈ। ਸਾਡੀ ਇੰਡੀਆ ਦੇ ਵਿੱਚ ਬਿਜਲੀ ਪਾਣੀ ਤੋਂ ਬਣਦੀ ਹੈ, ਯਾਨੀ ਪਾਣੀ ਨੂੰ ਉੱਪਰੋਂ ਗੇਰ ਕੇ ਉਹਦਾ ਜ਼ਬਰਦਸਤ ਫਲੋ ਬਣਾ ਕੇ ਥੱਲੇ ਟਰਬਾਈਨਾਂ ਲਾਈਆਂ ਹੋਈਆਂ ਨੇ, ਉਹਨਾਂ ਦੇ ਪੱਖੀਆਂ ਨੂੰ ਘੁਮਾਉਂਦਾ ਹੈ ਪਾਣੀ। ਬੜੇ ਤੇਜ਼ ਘੁਮਾਉਣ ਤੋਂ ਏਸੀ ਕਰੰਟ ਪੈਦਾ ਹੁੰਦਾ ਹੈ। ਬਾਹਰਲੀਆਂ ਕੰਟਰੀਆਂ ਦੇ ਵਿੱਚ ਯੂਰੇਨੀਅਮ ਤੋਂ ਬਿਜਲੀ ਬਣਾਈ ਜਾਂਦੀ ਹੈ। ਯੂਰੇਨੀਅਮ ਕਹਿੰਦੇ ਇੰਨਾ ਪਾਵਰਫੁੱਲ ਹੈ, ਕਿੰਨੀ ਵੱਡੀ ਮਾਲ ਗੱਡੀ ਰੇਲ ਗੱਡੀ ਹੁੰਦੀ ਹੈ ਜੀ, ਉਹ ਸਾਰੀ ਕੋਲੇ ਦੀ ਭਰੀ ਹੋਵੇ, ਜਿੰਨੀ ਪਾਵਰ ਉਸ ਕੋਲੇ ਦੀ ਹੈ ਉਹਨੇ ਬਲ ਕੇ ਜਲ ਕੇ ਥੀਨ ਡੈਮ ਜਾਂ ਜਿਹੜਾ ਬਠਿੰਡਾ ਡੈਮ ਹੈ ਕੋਲੇ ਤੋਂ ਬਿਜਲੀ ਬਣਾਉਂਦਾ, ਪੂਰੀ ਦੀ ਪੂਰੀ ਰੇਲ ਗੱਡੀ ਦਾ ਭਰਿਆ ਕੋਲਾ ਜਿੰਨੀ ਪਾਵਰ ਰੱਖਦਾ ਬਿਜਲੀ ਬਣਾਉਣ ਨੂੰ, 1 ਕਿਲੋ ਯੂਰੇਨੀਅਮ ਹੀ ਉਹਦੇ ਬਰਾਬਰ, ਉਹਦੇ ਤੋਂ ਵੀ ਵੱਧ ਪਾਵਰਫੁੱਲ ਹੈ, ਜਿਹਦੇ ਤੋਂ ਬੰਬ ਆਦਿਕ ਤਿਆਰ ਹੁੰਦੇ ਨੇ। ਇੰਨਾ ਯੂਰੇਨੀਅਮ ਦੀ ਤਾਕਤ ਹੈ। ਇੰਜ ਜਿਹੜਾ ਪ੍ਰਭੂ ਦਾ ਨਾਮ ਹੈ ਉਹ ਇੱਕ ਐਟਮ ਸ਼ਕਤੀ ਹੈ, ਇੱਕ ਪਰਮਾਣੂ ਸ਼ਕਤੀ ਹੈ, ਇੱਕ ਸਮਝ ਲਓ ਕਿ ਕੋਲੇ ਦੇ ਬਰਾਬਰ ਯੂਰੇਨੀਅਮ ਸ਼ਕਤੀ ਹੈ। ਇਹ ਦੁਨਿਆਵੀ ਉਦਾਹਰਨਾਂ ਹਨ, ਬਹੁਤਾ ਨਹੀਂ ਲੋੜ। ਕਹਿੰਦੇ ਨੇ ਜੈਸੇ 68 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ਼ ਰਹਿਓ, जैसे कोट बरस बुध मुखी बैसंतर में तन दाह दयो, जैसे लाख बार कुरुक्षेत्र में असमेध जग भंग ठयो, फुन अमृत नाम वशेषती, जिन एक बार श्री वाहिगुरु कहियो, उच्चारण करो सतनाम श्री वाहिगुरू। एक बार भी जिन्हें वाहिगुरू का नाम उचार लिया, समझ लो कि 68 तीर्थों का उन्हें इशनान कर लिया। एक बार नहीं, 2 बार नहीं, लखां बारी कुरुक्षेत्र के उपर असमेत जा कर लिया। जिमें किसी ने अपना पग दे विच साड़ के सुआह कर दिता होवे रब की प्राप्ति लई, इउं करोड़ां जन्म लैके भी उन्ना फल नहीं जिन्ना कि एक बार श्री वाहिगुरू कहण दा है। इसलिए तीजे पातशाह धन सतगुरु अमरदास जी महाराज फरमाउंदे ने, श्लोक महला तीजा, ए मन एक मन एक चित पाए, हर किया सदा सदा वड्याइयां, दे न पछोताए। ऐ मेरा मना, एक मन एक चित हो के करी अकाल पुरख परमात्मा के नाम नूं तूं ध्याना कर।
ਹਰੀ ਵਾਹਿਗੁਰੂ ਦੀਆਂ ਵਡਿਆਈਆਂ ਹਮੇਸ਼ਾ ਹਮੇਸ਼ਾ ਤੈਨੂੰ ਪ੍ਰਾਪਤ ਹੋਣ ਵਾਲੀਆਂ ਨੇ। ਉਹਦੇ ਵਿੱਚ ਇਹ ਗੁਣ ਹੈ ਕਿ ਉਹ ਦੇਣ ਤੋਂ ਬਾਅਦ ਪਛਤਾਪ ਨਹੀਂ ਕਰਦਾ। ਦਾਤ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੀ। ऐसा परमात्मा है तुम दाते ठाकुर प्रतिपालक, नायक खसम हमारे। निमक निमक तुम ही व्रत पालो, हम बारिक तुमरे धारे। जिह्वा एक कमन गुण कहिए, बेसुमार बेअंत सुआमी। तेरो अंत न कहीं लहीए। सो तीजे पातशाह सतगुरु अमरदास महाराज कहते हैं कि भाई जिहड़ा देण तो बाद पछताउंदा नहीं, ऐ मेरे अमना एक मन एक चित नाल उस वाहिगुरू दा भजन कर। इत्थे पंजवें पातशाह दा बचन है कि जद वाहिगुरू अकाल पुरख परमात्मा का नाम सो अग की तरह जिमें बड़ा सारा लकड़ियां का ढेर अग साड़ के सुआह कर देंदी है, इउं अनेकों जन्मां के बहुते पाप लकड़ां के ढेर की तरह हैं। जे थोड़ा समा में चित जोड़ के परमेश्वर का भजन कर लीए तो करोड़ां ही जन्मां के जोड़े पाप ने वो वाहिगुरू के नाम रूपी अग्नि के नाल सड़ के सुआह हो जाते हैं। सो जद सच्चा पति परमेश्वर मन में आके वस जावे, ਤਾਂ ਸਾਰੇ ਜਿਹੜੇ ਦੁੱਖ ਹਨ ਉਹ ਲੈ ਜਾਂਦੇ ਨੇ, ਮਿਟ ਜਾਂਦੇ ਹਨ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਕਰੋੜਾਂ ਹੀ ਜਨਮਾਂ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਜਾਂ ਜੋ ਪਾਪਾਂ ਦੇ ਕਿਲੇ ਉਸਰੇ ਹੋਏ ਨੇ ਉਹ ਨਸ਼ਟ ਹੋ ਜਾਂਦੇ ਹਨ। ਇਹ ਸਮਝ ਲਓ ਸਤਿਗੁਰੂ ਅਰਜਨ ਦੇਵ ਜੀ ਖੁਦ ਆਪ ਕਥਾ ਕਰ ਰਹੇ ਹਨ। ਪਰਮੇਸ਼ਰ ਦਾ ਨਾਮ ਸਿਮਰਨ ਕਰਨ ਕਰਕੇ, ਉਸ ਦਾ ਨਾਮ ਲੈਣ ਤੋਂ ਕਰੋੜਾਂ ਹੀ ਜਨਮਾਂ ਦੇ ਜਿਹੜੇ ਪਾਪ ਨੇ ਨਸ਼ਟ ਹੋ ਜਾਂਦੇ, ਖਤਮ ਹੋ ਜਾਂਦੇ ਹਨ। ਹਰ ਮਨ ਚਿੰਤਨ ਕੀਤੇ, ਮਨ ਇੱਛਤ ਧਰਮ ਅਰਥ ਕਾਮ ਮੋਹ ਖਾਦਕ ਜੋ ਫਲ ਹਨ ਉਹ ਪ੍ਰਾਪਤ ਕਰ ਲਈਦੇ ਹਨ। ਸੋ ਕਾਹਦੇ ਕਰਕੇ? ਹਰੀ ਪਰਮੇਸ਼ਰ ਦੇ ਕੀਰਤਨ ਰੂਪ ਦੇ ਵਿੱਚ ਗੁਣ ਗਾਉਣ ਕਰਕੇ। ਮਤਲਬ ਜੋ ਵੀ ਮਹਾਰਾਜ ਦਾ ਕੀਰਤਨ ਗਾਉਂਦਾ ਹੈ, ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਾਧ ਸੰਗ ਕਲ ਕੀਰਤਨ ਗਾਇਆ। ਸੰਗਤ ਦੇ ਵਿੱਚ ਜੁੜ ਮਿਲ ਬੈਠ ਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਰਤਨ ਨੂੰ ਗਾਇਆ ਹੈ, ਨਾਨਕ ਤੇ ਬਾਹਰ ਨਾ ਆਇਆ, ਉਹ ਮੁੜ ਕੇ ਜੰਮਣ ਮਨ ਦੇ ਗੇੜੇ ਵਿੱਚ ਨਹੀਂ ਆਏ। ਆ ਜੋ ਦੁੱਧ ਪਾਣੀ ਹੈ, ਖਾਣ ਪੀਣ, ਧਨ ਪਦਾਰਥ, ਗੱਡੀਆਂ ਮੋਟਰਾਂ, ਲੋਕਾਂ ਦੇ ਭਾਣੇ ਪਤਾ ਨਹੀਂ ਬਹੁਤ ਵੱਡਾ ਪਹਾੜ ਹੈ ਕਿ ਬਾਬਿਆਂ ਕੋਲ ਪਤਾ ਨਹੀਂ ਕਿੱਥੋਂ ਆ ਗਿਆ। ਉਹ ਬੰਦਾ ਪੁੱਛੇ, ਭਲਿਓ ਮਾਨਸੋ, ਸਾਡੇ ਦੁਸ਼ਮਣਾਂ ਨੂੰ ਰੱਬ ਦੇ ਰਿਹਾ ਤੇ ਜੇ ਕੀਰਤਨ ਕਰਨ ਵਾਲੇ ਨੂੰ ਮਹਾਰਾਜ ਨੇ ਦੇਤਾ ਤੇ ਕਿੱਡੀ ਵੱਡੀ ਗੱਲ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਸੱਤ ਬਗਾਨਿਆਂ ਨੂੰ ਜਿਹੜਾ ਉਹਦਾ ਨਾਮ ਨਹੀਂ ਵੀ ਜਪਦਾ ਉਹਨੂੰ ਵੀ ਮਹਾਰਾਜ ਸਭ ਕੁਛ ਦੇ ਰਿਹਾ ਹੈ। ਤੋ ਇਹ ਤਾਂ ਇੱਕ ਝੂੰਗੇ ਦੀ ਤਰ੍ਹਾਂ ਹੈ, ਇਹਦੀ ਕੋਈ ਵੱਡੀ ਅਹਿਮੀਅਤ ਨਹੀਂ ਹੈ। ਸ਼ਰਾਬੀ ਕਬਾਬੀ ਵੀ ਵੇਖੋ ਕਿੰਨੇ ਸੁੱਖ ਦੀ ਰੋਟੀ ਖਾ ਕੇ ਸੌਂਦੇ ਨੇ,
ਆ ਜਿਹੜੇ ਬਲੈਕੀਏ ਨੇ ਨਸ਼ਈ ਪਤੀ 2 ਨੰਬਰ ਦੇ ਆ ਜਿਹੜੇ ਨੱਚਣ ਦੇ ਗਾਉਣ ਵਾਲੇ ਨੇ ਵੀ ਵੇਖੋ ਕਿਹੜੇ ਕਿਹੜੇ ਕਰੋੜਾਂ ਦੀਆਂ ਗੱਡੀਆਂ ਲਈ ਫਿਰਦੇ ਨੇ। ਇਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਤਾਂ ਆਮ ਹੀ ਹੈ, ਖਿਡੌਣਿਆਂ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਨਿਆਣੇ ਨੂੰ ਖਿਡੌਣਾ ਲਿਆ ਕੇ ਦਈਦਾ, ਉਹ 2 ਕੁ ਦਿਨ ਉਹਦੇ ਨਾਲ ਖੇਡਦਾ ਹੈ, 2 ਕੁ ਦਿਨ ਤਾਂ ਉਹਦੇ ਪਾਣੇ ਕਿ ਬਹੁਤ ਮੈਨੂੰ ਪਤਾ ਨਹੀਂ ਕੀ ਮਿਲ ਗਿਆ, ਅਤੇ ਤੀਜੇ ਚੌਥੇ ਦਿਨ ਹਫ਼ਤੇ ਕੁ ਬਾਅਦ ਉਹਨੂੰ ਸੁੱਟ ਦਿੰਦਾ ਤੋੜ ਤਾੜ ਕੇ, ਮੁੜ ਕੇ ਫੇਰ ਨਵਾਂ ਲੈ ਲਈਦਾ। ਗੱਡੀਆਂ ਦੇ ਲੋਕਾਂ ਨੇ ਅੱਜ ਕੱਲ੍ਹ ਇਸ ਤਰ੍ਹਾਂ ਸਮਝੀਆਂ ਨੇ ਵੀ ਅੱਜ ਲੈ ਲਈ ਅਤੇ ਭਲਕੇ ਕੋਈ ਨਵੀਂ ਆ ਗਈ ਉਹਨੂੰ ਸੁੱਟ ਦਿਓ, ਜਿੰਨਾ ਘਾਟਾ ਪੈਂਦਾ ਪਾਓ, ਪੈਸਾ ਘੱਟ ਥੋੜ੍ਹਾ, ਹੋਰ ਨਵੀਂ ਲੈ ਲਓ। ਸਭ ਦੁਨੀਆ ਵੇਖੋ ਸੜਕਾਂ ਭਰੀਆਂ ਪਈਆਂ, ਪਾਰਕਿੰਗ ਖਿਲਾਰਨ ਦੀ ਜਗ੍ਹਾ ਨਹੀਂ, ਕੋਈ ਵੱਡੀ ਗੱਲ ਨਹੀਂ। ਇਹਦੇ ਬਾਰੇ ਨਾ ਸੋਚਿਆ ਕਰੋ ਕਿ ਫਲਾਣੇ ਕੋ ਆਹ ਕੁਛ ਕਿਉਂ ਆ ਗਿਆ, ਉਹਨੂੰ ਆਹ ਕੁਛ ਕਿਉਂ ਮਿਲ ਗਿਆ। ਅਤੇ ਇਸ ਵਾਸਤੇ ਤਾਂ ਆਮ ਜੀਆਂ ਗੱਲਾਂ ਦੁਨੀਆ ਦੇ ਵਿੱਚ। ਇਹ ਤਾਂ ਝੋਂਗਾ ਜਿਵੇਂ ਸੌਦਾ ਲੈਣ ਜਾਈਦਾ ਦੁਕਾਨ ਤੋਂ, ਮਾਂ ਨੇ ਪੈਸੇ ਦੇਣੇ ਵੀ ਪੁੱਤ ਜਾ ਫਲਾਣੀ ਚੀਜ਼ ਲੈ ਆ, ਅਤੇ ਦੁਕਾਨਦਾਰ ਨੇ ਗਾਹਕ ਬਣਾਉਣ ਲਈ ਕਿ ਨਿਆਣੇ ਮੇਰੇ ਪਾਸ ਆਉਣ, ਮੁੜ ਕੇ ਸੌਦਾ ਤਾਂ ਪੈਸੇ ਦਾ ਦੇਣਾ, ਕੋਈ ਛੋਲੇ, ਕੋਈ ਫੁੱਲੀਆਂ, ਕੋਈ ਨਮਕੀਨ ਜਾਂ ਕੋਈ ਬਿਸਕੁਟ ਜਾਂ ਕੋਈ ਡੱਡੀਆਂ ਮੱਛੀਆਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਬੜਾ ਕੁਛ ਹੈ, ਉਹ ਨਿਆਣੇ ਦੇ ਹੱਥ 'ਤੇ ਰੱਖ ਦੇਣਾ, ਕਹਿਣਾ ਲਿਆ ਝੁੰਗਾ ਜੇ, ਉਹ ਬੋਕੀ ਭਰ ਦੇਣਾ, ਅਤੇ ਬੱਚਿਆਂ ਖੁਸ਼ ਹੋ ਜਾਣਾ, ਫਿਰ ਦੌੜੇ ਦੌੜੇ ਜਾਣਾ ਵੀ ਉਹ ਫਲਾਣਾ ਦੁਕਾਨਦਾਰ ਝੁੰਗਾ ਦਿੰਦਾ। ਇਹ ਚੀਜ਼ਾਂ ਜਿਹੜੀਆਂ ਮਾਇਆ ਧੇਲਾ ਹੈ, 150 ਦੀ ਕਿੰਨੀ ਕੁ ਗੱਲ ਹੈ, ਬਹੁਤੀ ਵੱਡੀ ਗੱਲ ਨਹੀਂ ਹੈ। ਅਤੇ ਇਸ ਵਾਸਤੇ ਬੜਾ ਕੁਛ ਦੁਨੀਆ ਦੇ ਵਿੱਚ ਮਹਾਰਾਜ ਨੇ ਖਿਲਾਰਿਆ ਹੋਇਆ ਹੈ। ਗੁਰਦੁਆਰੇ ਤਾਂ ਇਹ ਝੁੰਗੇ ਦੇ ਰੂਪ 'ਚ ਹੀ ਸਭ ਕੁਛ ਪ੍ਰਾਪਤ ਹੋ ਰਿਹਾ। ਅਤੇ ਅੱਜ ਕੋਈ ਅਰਦਾਸ ਕਰਕੇ ਭੜ ਕੇ ਉਹ ਨਿਹਾਲ ਹੋ ਕੇ ਦੁਬਾਰਾ ਤੋਂ ਧੰਨਵਾਦ ਕਰਨ ਲਈ ਤੁਰਿਆ ਆਉਂਦਾ, ਡੱਬਾ ਫੜ ਕੇ ਤੁਰਿਆ ਆਉਂਦਾ, ਉਦੋਂ ਹੀ ਪਤਾ ਚੱਲਦਾ ਵੀ ਅਰਦਾਸ ਪੂਰੀ ਹੋ ਗਈ। ਇੱਕ ਦਿਨ ਦੇ ਵਿੱਚ ਪਤਾ ਨਹੀਂ ਹਜ਼ਾਰਾਂ ਹੀ ਲੋਕ ਅਰਦਾਸਾਂ ਕਰਕੇ ਚੀਜ਼ਾਂ ਲੈ ਰਹੇ ਨੇ। ਅਤੇ ਜੇ ਅਰਦਾਸਾਂ ਕਰਨ ਵਾਲੇ ਨੂੰ ਰੱਬ ਨੇ ਦੇ ਦਿੱਤਾ ਤਾਂ ਇਹ ਕੋਈ ਖਾਸ ਗੱਲ, ਕੋਈ ਵੱਡੀ ਗੱਲ ਨਹੀਂ, ਇਹ ਤਾਂ ਝੁੰਗੇ 'ਚ ਹੀ ਮਿਲ ਗਿਆ ਸਾਰਾ ਕੁਛ। ਅਸਲੀਅਤ ਮਨ ਦੀ ਸ਼ਾਂਤੀ ਹੈ, ਮਨ ਦਾ ਸੁੱਖ ਹੈ, ਜੋ ਕਿ ਦੁਨੀਆ ਨੂੰ ਦੁਰਲੱਭ ਹੈ। ਅਰਬਾਂਪਤੀ ਵੀ ਸ਼ਾਂਤੀ ਅਤੇ ਸੁੱਖ ਨੂੰ ਲੱਭਦਾ ਫਿਰਦਾ ਹੈ। ਸਾਡੀ ਗੌਰਮੈਂਟ ਨੇ ਸੈਂਟਰ ਖੋਲ੍ਹੇ ਹੋਏ ਨੇ, ਅਤੇ ਕਰੋੜਾਂਪਤੀ ਵਿਚਾਰੇ ਤਰਲੇ ਮਾਰਦੇ ਕਿ ਡਾਕਟਰ ਸਾਹਿਬ ਸਾਡੇ ਮੁੰਡੇ ਨੂੰ ਸਮੈਕ ਲੱਗ ਗਈ, ਚਿੱਟਾ ਲੱਗ ਗਿਆ, ਦਵਾਈ ਦੇ ਕੇ ਇਹਦਾ ਇਲਾਜ ਕਰੋ। ਲੈਣਾ ਲੱਗੀਆਂ ਹੋਈਆਂ ਨੇ, ਦਵਾਈਆਂ ਲੈ ਲੈ ਕੇ ਲੋਕ ਆਪਣਾ ਸ਼ਾਂਤੀ ਲੱਭ ਰਹੇ ਨੇ, ਸੁੱਖ ਲੱਭ ਰਹੇ ਨੇ। ਇਸ ਵਾਸਤੇ ਸਭ ਤੋਂ ਉੱਤਮ ਤਾਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਮਨ ਦਾ ਸੁੱਖ ਹੈ। ਸੁਖ ਨਾਹੀਂ ਬਹੁਤੇ ਤਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਔਰ ਮਰਨ ਤੋਂ ਬਾਅਦ ਸਭ ਤੋਂ ਉੱਤਮ ਦਾਤ, ਵੱਡੀ ਦਾਤ ਹੈ ਮੁਕਤੀ ਦੀ, ਜੋ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦੀ। ਜਿੰਨੇ ਮਰਜ਼ੀ ਕੋਈ ਪੁੰਨ ਕਰ ਲਏ, ਜਿੰਨੇ ਮਰਜ਼ੀ ਦਾਨ ਕਰ ਲਏ, ਜਿੰਨੇ ਮਰਜ਼ੀ ਦੇਵੀ ਦੇਵਤਿਆਂ ਦੇ, ਹਨੂਮਾਨ ਦੇ ਮੰਤਰ ਦਾ ਜਾਂ ਕਿਸੇ ਹੋਰ ਕਿਸੇ ਵੀ ਮੰਤਰ ਦਾ ਜਾਪ ਜਪ ਲਏ, ਉਹ ਮੁਕਤੀ ਨਹੀਂ ਦੇ ਸਕਦਾ ਹੈ। ਜੋ ਕੁਛ ਮੰਗੋਗੇ ਉਹ ਤਾਂ ਭਾਵੇਂ ਪ੍ਰਾਪਤ ਹੋ ਜਾਏ, ਅਤੇ ਪਰ ਮੁਕਤੀ ਦੀ ਦਾਤ ਤਾਂ ਮਹਾਰਾਜ ਦੇ ਕੀਰਤਨ ਤੋਂ, ਮਹਾਰਾਜ ਦੀ ਬਾਣੀ ਤੋਂ, ਮਹਾਰਾਜ ਦੀ ਕਥਾ ਤੋਂ, ਸ਼ਰਧਾ ਭਾਵਨਾ ਸਹਿਤ ਨਾਮ ਉਚਾਰਨ ਤੋਂ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹਨ, ਅਸ਼ਟ ਸਾਜ ਸਾਜ ਪੁਰਾਨ ਸੁਧ ਹੈ, ਕਰਹਿ ਵੇਦ ਅਭਿਆਸ, ਬਿਨ ਨਾਮ ਹਰਿ ਕੇ ਮੁਕਤ ਨ ਹੈ ਨਾਨਕ ਦਾਸ। 4 ਵੇਦ, 6 ਸ਼ਾਸਤਰ, 18 ਪੁਰਾਣ, ਇਹਨਾਂ ਨੂੰ ਪੜ੍ਹ ਕੇ, ਸੋਧ ਕੇ, ਵਿਚਾਰ ਕੇ
ਅਸੀਂ ਤੱਤ ਦਾ ਵਚਨ ਤੁਹਾਡੇ ਨਾਲ ਕਰਨ ਲੱਗੇ ਹਾਂ। ਬਿਨ ਹਰ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰੀ ਦੇ ਨਾਮ ਤੋਂ ਬਗੈਰ ਮੁਕਤੀ ਨਹੀਂ ਜੇ। ਇਹ ਗੱਲ ਅਸੀਂ ਐਵੇਂ ਨਹੀਂ ਵਿਚਾਰ ਕੇ ਤੁਹਾਡੇ ਨਾਲ ਕੀਤੀ ਹੈ। ਸੋਧਤ ਸੋਧਤ ਸੋਧ ਵਿਚਾਰ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਦੇ ਭਜਨ ਤੋਂ ਬਗੈਰ ਤੁਹਾਡਾ ਛੁਟਕਾਰਾ ਨਹੀਂ ਜੇ। ਜਿੱਥੇ ਮਰਜ਼ੀ ਭੱਜ ਲਓ, ਜਿੱਥੇ ਮਰਜ਼ੀ ਦੌੜ ਲਓ। ਸੋ ਕੋਟ ਅਗਾ ਸਭ ਨਾਸ ਹੋਏ, ਸਿਮਰਤ ਹਰ ਨਾਉ। ਹਰੀ ਦਾ ਨਾਮ ਸਿਮਰਨ ਕਰਨ ਤੋਂ ਕਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਨੇ। ਪੁੰਨ ਦਾਨ ਜਪ ਤਪ ਜੇਤੇ, ਸਭ ਉਪਰ ਨਾਮ ਕਿਉਂ ਆਖਿਆ? ਕਿ ਦਾਨ ਪੁੰਨ ਪਾਪ ਨਹੀਂ ਨਾਸ਼ ਕਰ ਸਕਦੇ, ਮਾੜਾ ਮੋਟਾ ਫਲ ਦੇ ਸਕਦੇ ਨੇ। ਪਾਪ ਨਾਸ਼ ਕਰਨ ਨੂੰ ਗੁਰੂ ਦੀ ਬਾਣੀ ਹੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਪਾਪਾਂ ਕਰਕੇ ਦੁੱਖ ਆਉਂਦੇ ਨੇ, ਰੋਗ ਆਉਂਦੇ ਨੇ। ਦੁੱਖ ਤੇ ਰੋਗ ਤੇ ਸੰਤਾਪ ਭਲੀ ਪ੍ਰਕਾਰ ਉਤਰ ਜਾਂਦੇ ਨੇ ਜੇ ਮਹਾਰਾਜ ਦੀ ਬਾਣੀ ਨੂੰ ਸੁਣੋ। ਮਨ ਚਿੰਦੇ ਫਲ ਪਾਈਆ ਹੈ, ਹਰ ਕੇ ਗੁਣ ਗਾਓ। ਜੇ ਤੁਸੀਂ ਹਰੀ ਦੇ ਗੁਣ ਕੀਰਤਨ ਦੇ ਰੂਪ ਦੇ ਵਿੱਚ, ਕਥਾ ਦੇ ਰੂਪ ਦੇ ਵਿੱਚ, ਪਾਠ ਦੇ ਰੂਪ ਦੇ ਵਿੱਚ ਗਾਓਗੇ ਤਾਂ ਮਨ ਇਛਤ ਧਰਮ ਅਰਥ ਕਾਮ ਮੋਖ ਆਦਿਕ ਸਾਰੇ ਫਲਾਂ ਨੂੰ ਪ੍ਰਾਪਤ ਕਰ ਲਓਗੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਬਧਾਤਾ। ਚਾਰ ਪਦਾਰਥ ਜੇਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇਕੋ ਆਪਣਾ ਦੋਖ ਮਿਟਾਵੈ, ਹਰ ਹਰ ਨਾਮ ਰਿਦ ਸਦਗਾਵੈ। ਜੇਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਹਉਮੈ ਸ਼ੋਰੈ। ਜੇਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਨੀ ਬਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤੰਗ ਬਲ ਬਲ ਜਸ। ਜਨਮ ਮਰਨ ਭੈ ਕਟਿਆ ਹੈ। ਸਭ ਤੋਂ ਵੱਡਾ ਡਰ ਜੰਮਣ ਤੇ ਮਰਨ ਦਾ ਹੈ ਕਿ ਹਾਏ ਮਰ ਜਾਣਾ ਹੈ, ਮਰਨ ਤੋਂ ਬਾਅਦ ਕੀ ਬਣੇਗਾ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਤੇ ਪੂਰਾ ਸਤਿਗੁਰ ਧਿਆਇਆ। ਇਹ ਭਾਈ ਇਹ ਗੁਰਮੁਖੋ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਅਕਾਲ ਪੁਰਖ ਪ੍ਰਭੂ ਦੇ ਨਾਮ ਨੂੰ ਧਿਆਇਆ ਹੈ, हे ਪਿਆਰੇ ਜੀ, ਤਿਨਾਂ ਦਾ ਸਾਰਾ ਡਰ ਮਹਾਰਾਜ ਖਤਮ ਕਰ ਦਿੰਦਾ। ਜਿਹੜੇ ਮੂਲ ਮੰਤਰ ਦਾ ਸਿਮਰਨ ਅਭਿਆਸ ਕਰਦੇ ਨੇ, ਮੂਲ ਮੰਤਰ ਵਿੱਚ ਪ੍ਰਭੂ ਦੇ ਨਾਮਾਂ ਦਾ ਕਥਨ ਕਰਦਿਆਂ, ਸਰੂਪ ਤੇ ਤਰਕਸੀ ਲਕਸ਼ਣ ਕਰਦਿਆਂ ਸਤਿਗੁਰਾਂ ਨੇ ਨਿਰਭਉ ਅੱਖਰ ਵੀ ਉਚਾਰਿਆ ਕਿ ਉਹ ਜਿਹੜਾ ਵਾਹਿਗੁਰੂ ਹੈ ਉਹ ਇੱਕ ਓੰਕਾਰ ਹੈ, ਸਤਨਾਮ ਕਰਤਾ ਪੁਰਖ ਹੈ। ਫਿਰ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਜੋ ਨਿਰਭਉ ਪਰਮਾਤਮਾ ਨੂੰ ਹਮੇਸ਼ਾ ਹੀ ਧਿਆਉਂਦੇ ਰਹਿੰਦੇ ਨੇ, ਮਹਾਰਾਜ ਉਹਨਾਂ ਦੇ ਸਾਰੇ ਜਿੰਨੇ ਵੀ ਡਰ ਨੇ 7 ਪ੍ਰਕਾਰ ਦਾ ਡਰ ਮੰਨਿਆ। ਯਹ ਭੈ ਭੈ ਪਰਲੋਕ ਭੈ, ਮਰਨ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਧ। ਇਹ ਜੰਮਣ ਦੇ ਮਰਨ ਦਾ ਡਰ ਉਹਨਾਂ ਦਾ ਕੱਟਿਆ ਜਾਂਦਾ ਹੈ। ਜਦ ਸਚ ਥਾਉ, ਹਰ ਅਚਲ ਸੱਚੇ ਸਰੂਪ ਰੂਪੀ ਥਾਂ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪੂਰਬ ਹੋਵਾ ਲਿਖਿਆ, ਪਰੰਤੂ ਇਹ ਦਾਤਾਂ ਤਾਂ ਮਿਲਦੀਆਂ ਜੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪਰਮੇਸ਼ਰ ਨੇ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੋਵੇ। ਹਰ ਚਰਨ ਸਮਾ, ਤਾਂ ਜੀਵ ਦਾ ਮਨੁੱਖਾ ਜਨਮ ਪਾ ਕੇ ਮਨ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਇਹ ਪਿਛਲੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਿ ਸੁਰਤੀ ਲੱਗਣੀ, ਬਿਰਤੀ ਲੱਗਣੀ, ਸਮਾਧੀ ਲੱਗਣੀ।
ਸਾਚੀ ਲਵੇ ਬਿਨ ਦੇਹ ਲਵੇ ਬਾਝੋਂ ਕਿਆ ਕਰੇ ਵਿਚਾਰੀਆ। ਸੁਰਤੀ ਬਿਰਤੀ ਤੋਂ ਬਗੈਰ ਇਹ ਜਿਹੜੀ ਦੇਹ ਹੈ ਨਿਮਾਣੀ ਮਾਣ ਤੋਂ ਰਹਿਤ, ਕਿਸੇ ਦੇ ਮਾਣ ਨਹੀਂ ਕਰ ਸਕਦੀ ਵੀ ਮੇਰੇ ਭਰਾ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਦੋਸਤ ਨੇ, ਕਿਉਂਕਿ ਯਮਾਂ ਤੋਂ ਕੋਈ ਛੁਡਾ ਨਹੀਂ ਸਕਦਾ। ਇਸ ਲਈ ਜੇ ਮਹਾਰਾਜ ਦੇ ਨਾਮ ਜਾਂ ਬਾਣੀ ਰੂਪ ਚਰਨਾਂ ਦੇ ਨਾਲ ਲੱਗੇ ਰਹਾਂਗੇ, ਬਿਰਤੀ ਸਮਾਈ ਰਹੂਗੀ, ਤਾਂ ਪਾਤਸ਼ਾਹ ਕਥਨ ਕਰਦੇ ਜਿਨੀ ਨਾਮ ਤੇ ਆਇਆ ਗਏ ਮਸਕਤ ਘਾ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਇਹ ਪੂਰਬਲੇ ਨਿਸ਼ਕਾਮ ਕਰਮਾਂ ਦਾ ਪਰਮੇਸ਼ਰ ਨੇ ਜੀਵ ਦੇ ਮੱਥੇ 'ਤੇ ਲੇਖ ਲਿਖਿਆ, ਤਾਂ ਜੀਵ ਦਾ ਮਨੁੱਖਾ ਜਨਮ ਪਾ ਕੇ ਮਨ ਪਰਮੇਸ਼ਰ ਦੇ ਚਰਨ ਕਮਲਾਂ 'ਚ ਸਮਾ ਜਾਂਦਾ, ਅਪੀਦ ਹੋ ਜਾਂਦਾ, ਨਹੀਂ ਤਾਂ ਲਾਇਆ ਵੀ ਨਹੀਂ ਲੱਗਦਾ ਹੈ। ਇੰਜ ਪਰਮੇਸ਼ਰ ਦੇ ਸਨਮੁਖ ਬੇਨਤੀ ਕਰੋ ਕਿ ਹੇ ਪਰਮੇਸ਼ਰ, ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਲੋਕ ਅਰਬ ਲੋਕ ਦੇ ਵਿੱਚ ਤੁਸੀਂ ਰੱਖਿਆ ਕਰ ਲਵੋ ਜੀ। ਰੱਖ ਹੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਨਾਨਕ ਬਲ ਜਾਊ। हे ਮਹਾਰਾਜ, हे ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲੱਗੀ ਵਾਰ। ਪਾਵਨ ਪਵਿੱਤਰ ਸਰੂਪ ਦੀ ਪ੍ਰਾਪਤੀ ਦਾ ਇਹ ਸ਼ਲੋਕ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਜਿਹੜਾ ਪੁਰਖ ਘਰ ਦੀਆਂ ਬਹੁਤ ਤਰ੍ਹਾਂ ਦੀਆਂ ਸਜਾਵਟਾਂ ਦੇ ਵਿੱਚ ਲੱਗਿਆ ਰਹਿੰਦਾ ਹੈ, ਇੱਕ ਨਵਾਂ ਹੀ ਕੋਰਸ ਹੈ ਘਰ ਦੀ ਸਜਾਵਟ ਦਾ। ਉਹ ਬਕਾਇਦਾ ਸਾਲ 2 ਸਾਲ ਦਾ ਕੋਰਸ ਕਰਾਉਂਦੇ ਹਨ। ਭਈ ਜਿਹਨੇ ਕੋਠੀ ਬਣਾਈ ਹੈ ਉਹ ਸਾਨੂੰ ਦੱਸੋ, ਅਸੀਂ ਤੁਹਾਡੀ ਕੋਠੀ ਦੀ ਸਜਾਵਟ ਕਰਾਂਗੇ। ਉਹਦੇ ਵੱਖਰੇ ਪੈਸੇ ਹਨ। ਇੱਕ ਤਾਂ ਮਿਸਤਰੀ ਅਤੇ ਮਜ਼ਦੂਰਾਂ ਦਾ ਕੰਮ ਦਾ ਜੋ ਵੀ ਮਿਹਨਤ ਹਨ ਉਹ ਵੱਖਰਾ ਹੈ। ਇੱਕ ਆਰਕੀਟੈਕਟ ਹੁੰਦਾ ਹੈ, ਉਹ ਵੱਖਰਾ ਹੀ ਹੈ, ਅਤੇ ਉਹਨੇ ਬਸ ਇਸ਼ਾਰੇ ਕਰਕੇ ਦੱਸਣਾ ਇੱਥੇ ਇੰਝ, ਇੱਥੇ ਉਂਝ, ਹਿਸਾਬ ਕਿਤਾਬ ਲਾ ਕੇ ਇੰਨਾ ਸਰੀਆ, ਇੰਨਾ ਸੀਮਟ, ਸਾਰੀ ਮੇਜਰਮੈਂਟ ਕਰਕੇ ਸਮਝਾਉਣੀ ਹੋਈ। ਅਖੇ ਜੀ ਆਰਕੀਟੈਕਟ ਹੈ। ਤੁਹਾਡਾ ਆਰਕੀਟੈਕਟ ਕੌਣ ਹੈ? ਅਤੇ ਇੰਝ ਆਰਕੀਟੈਕਟ ਤੋਂ ਬਗੈਰ ਕਹਿੰਦੇ ਕੁਛ ਬਣ ਹੀ ਨਹੀਂ ਸਕਦਾ। ਇਹ ਦਿਮਾਗ ਦੀਆਂ ਖੇਡਾਂ ਲੋਕਾਂ ਨੇ ਪੈਸੇ ਬਣਾਉਣ ਦਾ ਇਹ ਢਕਵੰਜ ਬਣਾਇਆ ਹੋਇਆ। ਕੰਮ ਕਰਨ ਵਾਲੇ ਵਿਚਾਰੇ ਮਰ ਜਾਂਦੇ, ਕੰਮ ਕਰਦੇ ਕਰਦੇ ਉਹਨਾਂ ਨੂੰ ਲੋਕ ਕਿੰਨਾ ਟਰਕਾਉਂਦੇ, ਪੈਸੇ ਨਹੀਂ ਦਿੰਦੇ। ਅਤੇ ਆਰਕੀਟੈਕਟ ਦੇ ਦਫ਼ਤਰ 'ਚ ਨਾਲੇ ਤਾਂ ਟਾਈਮ ਖਰਾਬ, ਨਾਲੇ ਉਹਨੇ ਆਉਣਾ ਨਹੀਂ। 100 ਤਰਲੇ ਮਾਰੋ, ਮਿੰਟ ਦੀ ਮਿੰਟ ਉਹਨੇ ਵੇਖ ਕੇ ਗਾਂਹ ਜਾਣਾ, ਹਿਸਾਬ ਕਿਤਾਬ ਲਾ ਕੇ। ਤੋ ਠੇਕੇਦਾਰ ਵੱਖਰੇ ਨੇ, ਆਰਕੀਟੈਕਟ ਵੱਖਰਾ ਹੈ। ਅਤੇ ਜਦੋਂ ਚੀਜ਼ ਬਣ ਕੇ ਤਿਆਰ ਹੋ ਜਾਏ, ਉਹ ਸਜਾਵਟ ਵਾਲੇ ਇੰਜੀਨੀਅਰ ਵੱਖਰੇ ਨੇ, ਉਹਨਾਂ ਦਾ ਕੋਰਸ ਵੱਖਰਾ ਹੀ ਹੈ। ਵੀ ਇੱਥੇ ਗਮਲਾ ਰੱਖੋ, ਇੱਥੇ LCD ਲਾਓ, ਇੱਥੇ ਸੋਫੇ ਲਾਓ, ਇੱਥੇ ਆਹ ਕਰੋ, ਇੱਥੇ ਉਹ ਕਰੋ। ਮੈਂ ਸੁਣ ਕੇ ਹੈਰਾਨ ਰਹਿ ਜਾਂਦਾ ਦੁਨੀਆ ਦੇ ਸ਼ੌਂਕ। ਉਹ 2.5-3 ਲੱਖ ਰੁਪਈਆ ਸਪੈਸ਼ਲ ਉਹਨਾਂ ਨੂੰ ਦੇਣਾ ਪੈਂਦਾ ਵੀ ਸਾਡੇ ਘਰ ਦੀ ਸਜਾਵਟ ਕਰੋ ਜੀ। ਪਤਾ ਨਹੀਂ ਸਾਨੂੰ ਆਪ ਸਮਝ ਨਹੀਂ ਆ ਵੀ ਅਸੀਂ ਸਜਾਵਟ ਕਿਵੇਂ ਕਰਨੀ ਹੈ। ਤੋ ਇੰਨਾ ਮਨ ਇਹਨਾਂ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ। ਗ੍ਰਹਿ ਰਚਨਾ ਅਪਾਰਨ, ਜਿਹੜਾ ਪੁਰਖ ਘਰ ਦੀਆਂ ਬਹੁਤ ਤਰ੍ਹਾਂ ਦੀਆਂ ਰਚਨਾ ਸਜਾਵਟਾਂ ਦੇ ਵਿੱਚ ਲੱਗਾ ਹੋਇਆ ਹੈ, ਉਹ ਭਗਤ ਨਾਮਦੇਵ ਜੀ ਦਾ ਸ਼ਬਦ ਜ਼ਰੂਰ ਡੇਲੀ ਪੜ੍ਹਿਆ ਕਰੇ। ਮੈਂ ਤਾਂ ਹਮੇਸ਼ਾ ਹੀ, ਮੈਨੂੰ ਇੰਨਾ ਚੰਗਾ ਲੱਗਦਾ, ਮੈਂ ਤਾਂ ਉਹਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਹੈ।
ਤੇ ਕਦੀ ਵੀ ਚਿੱਤ ਕਰੇ ਉਹਨੂੰ ਪੜ੍ਹਨ ਲੱਗ ਪਈਦਾ ਵੀ ਐ ਮਣਾ ऐसे घर हम बहुत बसाए जब हम राम गर्भ होए आए। बंदा बंदा लोग डूंगा जाके ਖੂਹਾਂ ਦੇ ਰੂਪ ਦੇ ਵਿੱਚ ਸਰੀਆ ਸੀਮਟ ਹੈ ਪੱਕਾ ਨੀਂਹ ਪੱਥਰ ਰੱਖ ਕੇ ਤੇ ਫਿਰ ਉੱਤੇ ਬਿਲਡਿੰਗ ਉਸਾਰਦੇ ਨੇ। ਕਾਹਦੇ ਲਈ? ਕਿ ਤੂਫਾਨ ਵੀ ਆਵੇ, ਹਨੇਰੀ ਵੀ ਆਵੇ। ਹਾਂਗਕਾਂਗ 'ਚ ਮੈਂ ਵੇਖਿਆ 11 ਡਿਗਰੀ ਤੂਫਾਨ ਆਉਣ ਤੋਂ ਵੀ 105 6 ਮੰਜ਼ਿਲਾਂ ਇਮਾਰਤਾਂ ਇਸ ਤਰ੍ਹਾਂ ਝੂਲਦੀਆਂ ਜਿਸ ਤਰ੍ਹਾਂ ਨਿਆਣਾ ਭੰਗੂੜੇ 'ਤੇ ਝੂਟਦਾ ਡਿੱਗੀਆਂ ਨੇ। ਜਿੰਨੀਆਂ ਉੱਪਰ ਨੂੰ ਕਹਿੰਦੇ ਉਨੀਆਂ ਹੀ ਹੇਠਾਂ ਨੇ। ਭਗਤ ਨਾਮਦੇਵ ਜੀ ਦਾ ਬਚਨ ਹੈ, ਕਹਿੰਦੇ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ। ਕਾਹਦੇ ਵਾਸਤੇ? ਵੈਸੇ ਜ਼ਿੰਦਗੀ ਕੋਈ ਲੰਬੀ ਨਹੀਂ ਹੈ। ਜੇ 100 ਸਾਲ ਵੀ ਕੋਈ ਮੰਨ ਲਏ ਤਾਂ ਉਹ ਝੱਟ ਹੀ ਲੰਘ ਲੁੰਘ ਜਾਂਦੀ ਹੈ। ਤੇ ਇਸ ਵਾਸਤੇ ਕਹਿੰਦੇ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ। ਐ ਭਲਿਓ ਮਾਨਸੋ 100 ਸਾਲ ਕੋਈ ਬਹੁਤੀ ਨਹੀਂ ਹੈ, ਮਾਣ ਨਾ ਕਰਿਓ। ਸਤਿਯੁਗ ਦੇ ਮਾਰਕੰਡੇ ਰਿਖੀ ਵੱਲ ਧਿਆਨ ਦਿਓ। ਮਾਰਕੰਡੇ ਤੇ ਕੋ ਅਧਿਕਾਈ। ਮਾਰਕੰਡੇ ਰਿਖੀ ਤੋਂ ਕੌਣ ਵੱਡਾ ਹੈ? ਜਿਨ ਤ੍ਰਿਣ ਧਰ ਮੂੰਡ ਬੁਲਾਏ। ਜਿੰਨੇ ਲੱਖ ਵਰਿਆਂ ਦੀ ਆਰਜ ਕੋਠੇ ਕੋਟ ਨਾ ਮੰਡਪ ਸਾਜੇ। 1 ਲੱਖ ਵਰਿਆਂ ਦੀ ਉਮਰ ਕੱਚਾ ਕੋਠਾ ਵੀ ਨਹੀਂ ਪਾਇਆ, ਝੁੱਗੀ ਝੌਂਪੜੀ ਵੀ ਨਹੀਂ ਪਾਈ, ਤੰਬੂ ਵੀ ਨਹੀਂ ਲਾਇਆ। ਹੋਰ ਦੱਸੋ? ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਨਾ? ਹਾਂਜੀ, ਆਪਾਂ ਸਿੰਘ ਸਾਹਿਬ ਆ। ਸਿੱਖ ਤਾਂ ਆਮ ਬੰਦੇ ਨੂੰ ਕਹਿੰਦੇ ਨੇ। ਜਿਹੜੇ ਦਾੜੀ ਵੀ ਨਾ ਰੱਖੀ ਹੋਵੇ ਸਿੱਖ ਤਾਂ ਉਹ ਵੀ ਹੈ। ਵੇਖੋ ਕਿੰਨੀ ਸੋਹਣੀ ਵਰਦੀ ਪਾਈ ਆ, ਚਿੱਟੀ ਤੇ ਐਨ ਉੱਤੋਂ ਦੀ ਗਾਤਰਾ ਪਾ ਕੇ ਤੇ ਪੂਰਾ ਸਾਡੀ ਪਰਸਨੈਲਿਟੀ ਹੈ, ਪੂਰਾ ਟੌਰ। ਆਪਾਂ ਤਾਂ ਸਿੰਘ ਸਾਹਿਬ ਆ, ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ ਜੀ। ਸੱਚਮੁੱਚ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੋ। ਹਾਂਜੀ, ਜਿਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖੋ ਡਾਂਗ 'ਤੇ ਡੇਰਾ ਰੱਖਿਆ, ਉਹ ਤਾਂ ਨਿਹੰਗਾਂ ਦੀ ਫੌਜ ਸੀਗੀ। ਫੌਜ ਦਾ ਕਦੀ ਵੀ ਕੋਈ ਪੱਕਾ ਘਰ ਨਹੀਂ ਹੁੰਦਾ, ਤੰਬੂ ਹੀ ਹੁੰਦੇ ਨੇ। ਤੇ ਜਿਹੜੇ ਨਿਹੰਗ ਨੇ ਉਹ ਆਪਣੇ ਆਪ ਨੂੰ ਬਿਹੰਗਮ ਕਹਿੰਦੇ। ਬਿਹੰਗਮ ਕਹਿੰਦੇ ਨੇ ਪੰਛੀ ਨੂੰ। ਪੰਛੀ ਜਿਹੜਾ ਇੱਕ ਰਾਤ ਜਿਸ ਦਰਖਤ 'ਤੇ ਰਹਿੰਦਾ, ਦੂਜੀ ਰਾਤ ਉੱਥੇ ਨਹੀਂ, ਉਹ ਦੂਜੀ ਦਰਖਤ 'ਤੇ ਰਹਿੰਦਾ ਹੈ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖੋ ਕਿਆ ਸੋਹਣਾ ਪਟਨਾ ਸਾਹਿਬ, ਕਿੰਨਾ ਉੱਥੇ ਆਨੰਦ ਮੰਗਲ ਹੈ, ਤਖਤ ਸਾਹਿਬ ਵਾਲੇ ਅਸਥਾਨ ਦੇ ਕਿੰਨਾ ਸੰਗਤਾਂ ਪ੍ਰੇਮ ਕਰਦੀਆਂ ਸਨ, ਪਰ ਮਹਾਰਾਜ ਨੇ ਮੋਹ ਨਹੀਂ ਕੀਤਾ, ਛੱਡਣ ਲੱਗਿਆ ਕਮੈਂਟ ਨਹੀਂ ਲਾਇਆ। ਕਹਿੰਦੇ ਪੰਜਾਬ ਦੀ ਧਰਤੀ 'ਤੇ ਜਾਣਾ, ਕਿਉਂਕਿ ਇੱਥੇ ਬੜੇ ਵੱਡੇ ਕਾਰਜ ਸੀ ਉਹਨਾਂ ਦੇ ਕਰਨ ਵਾਲੇ। ਜੇ ਆਨੰਦ ਮੰਗਲ ਦੇ ਵਿੱਚ ਸੁੱਖ ਸ਼ਾਂਤੀ ਦੇ ਵਿੱਚ ਰਹਿਣਾ ਹੁੰਦਾ ਤੇ ਗੰਗਾ ਉੱਥੇ ਨਹਾਈ ਜਾਂਦੇ, ਚੁੱਪ ਕਰਕੇ ਬੇੜੀਆਂ 'ਤੇ ਸੈਰ ਕਰੀ ਜਾਂਦੇ, ਆਨੰਦ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੰਦੇ। ਪਰ ਨਹੀਂ, ਉਹ ਆਨੰਦ ਲੈਣ ਨਹੀਂ ਆਏ, ਸਟਰਗਲ ਦੇ ਵਿੱਚ ਜੰਮੇ, ਸਟਰਗਲ ਦੇ ਵਿੱਚ ਹੀ ਆਏ। ਜਦ ਗੁਰੂ ਸਾਹਿਬ ਦਾ ਅਵਤਾਰ ਹੋਇਆ ਤੇ ਮਹਾਰਾਜ ਦੇ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਕਿਸੇ ਰਾਜੇ ਦੀ ਸਹਾਇਤਾ ਕਰਨ ਲਈ ਉਹਦੇ ਜੰਗ ਦੇ ਵਿੱਚ ਸਨ। ਕਾਮਰੂਪ ਦੇਸ਼ ਦੇ ਵਿੱਚ ਮਹਾਰਾਜ ਗਏ ਹੋਏ ਸੀ, ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਹੈ। ਨਵੇਂ ਪਾਤਸ਼ਾਹ ਘਰ ਨਹੀਂ ਸਨ। ਬੜੇ ਚਿਰ ਬਾਅਦ ਮੂੰਹ ਵੇਖਿਆ, ਸ਼ਾਇਦ 5 ਸਾਲਾਂ ਬਾਅਦ। ਤੇ ਉਸ ਤੋਂ ਉਪਰੰਤ ਅਜੇ ਸੁੱਖ ਦੇ ਦਿਨ ਆਏ ਤੇ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਰਵਾਨਾ ਹੋ ਗਏ। 8.5 ਸਾਲ ਦੀ ਉਮਰ ਤੋਂ ਹੀ ਸਾਰੀ ਜ਼ਿੰਮੇਵਾਰੀ ਪੈ ਗਈ। ਤੇ ਵੇਖੋ ਅਨੰਦਪੁਰ ਦਾ ਕਿਲ੍ਹਾ ਛੱਡਣ ਲੱਗਿਆਂ ਵੀ 1 ਸਕਿੰਟ ਨਹੀਂ ਲਾਇਆ। ਔਰ ਵੇਖੋ ਕਿੱਥੋਂ ਤੁਰੇ ਤੇ ਕਿਵੇਂ ਚੱਲੇ ਤੇ ਕਿੱਥੇ ਪਹੁੰਚੇ। ਸਰਸਾ ਦੇ ਕਿਨਾਰੇ, ਉਸ ਤੋਂ ਬਾਅਦ ਪਰਿਵਾਰ ਵਿਛੋੜਾ, ਫਿਰ ਚਮਕੌਰ ਸਾਹਿਬ, ਮਾਛੀਵਾੜਾ,
ਮਾਲਵੀ ਨੂੰ ਭਾਗ ਲਾਉਂਦੇ ਗੁਰਦੁਆਰਾ ਆਲਮਗੀਰ ਤੋਂ ਹੁੰਦੇ ਹੋਏ ਇੱਧਰ ਜੈਤੋ ਕੋਟਕਪੁਰੇ ਥਾਣੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਟਰਗਲ ਕਰਦੇ ਹੋਏ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਤੀਜੀ ਫੌਜੀਆਂ ਦੀ ਤਰ੍ਹਾਂ ਦਮਦਮਾ ਸਾਹਿਬ ਵਾਲੇ ਤਖਤ ਸਾਹਿਬ 'ਤੇ ਮਹਾਰਾਜ ਦਾ ਪਾਵਨ ਸਰੂਪ ਲਿਖ ਕੇ ਅਖੰਡ ਪਾਠ ਸਾਹਿਬ ਸੰਪੂਰਨ ਕਰਕੇ ਉਸ ਤੋਂ ਉਪਰੰਤ ਹਜ਼ੂਰ ਸਾਹਿਬ ਨੂੰ ਚਾਲੇ ਮਾਰ ਦਿੱਤੇ। ਸਾਰੀ ਉਮਰ ਵੇਖੋ ਡਾਂਗ 'ਤੇ ਡੇਰਾ ਰਿਹਾ। ਅਤੇ ਇਸ ਜਨਮ ਤੋਂ ਪਹਿਲਾਂ ਜੋ ਹੇਮਕੁੰਟ ਸਾਹਿਬ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਤਪੱਸਿਆ ਕੀਤੀ, ਹੁਣ ਮਾੜਾ ਮੋਟਾ ਉੱਥੇ ਲੱਕੜ ਦਾ ਕੈਬਨ ਜਿਹਾ ਹੈ, ਕਿਉਂਕਿ ਪਾਣੀ ਦੇ ਉੱਪਰ ਹੀ ਉਹ ਲੱਕੜ ਦਾ ਕੈਬਨ ਰੱਖਿਆ ਹੋਇਆ। ਬਿਲਡਿੰਗ ਦਾ ਉੱਥੇ ਬਣ ਹੀ ਨਹੀਂ ਸਕਦੀ, ਨਹੀਂ ਬੰਦਾ ਕਿੱਥੋਂ ਪੁੱਟੂਗਾ, ਪਾਣੀ ਵਗ ਰਿਹਾ। ਉਹ ਮੈਂ ਸੁੱਤੇ ਪਿਆ ਮਹਿਸੂਸ ਕੀਤਾ ਵੀ ਥੱਲਿਓਂ ਪਾਣੀ ਦੇ ਚੱਲਣ ਦੀ ਆਵਾਜ਼ ਆਉਂਦੀ ਹੈ, ਲੱਕੜ ਦੇ ਹੇਠਾਂ ਦੀ ਪਾਣੀ ਚੱਲ ਰਿਹਾ ਹੈ। ਕੰਬਲ ਮਾੜਾ ਜਿਹਾ ਮੂੰਹ 'ਤੇ ਲਈਏ ਅਤੇ ਸਾਹ ਘੁੱਟਦਾ, ਆਕਸੀਜਨ ਦੀ ਘਾਟ ਹੈ, ਬੰਦਾ ਸਾਹ ਸੌਖਾ ਨਹੀਂ ਲੈ ਸਕਦਾ, ਬੜੀ ਉਚਾਈ 'ਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ। ਹੁਣ ਤਾਂ ਉਹ ਵੀ ਯਾਤਰਾ ਬੰਦ ਹੈ, ਗਰਮੀਆਂ 'ਚ ਖੁੱਲ੍ਹਦੀ ਹੈ। ਸੋ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਆਪਾਂ ਸਿੱਖ ਹਾਂ, ਜਿਨ੍ਹਾਂ ਨੇ ਸਤਿਯੁਗ ਤੋਂ ਲੈ ਕੇ ਅਤੇ ਕਲਯੁਗ ਦੇ ਟਾਈਮ ਤੱਕ ਕੋਈ ਤੰਬੂ ਨਹੀਂ ਲਾਇਆ, ਕੋਈ ਕਨਾਤ ਨਹੀਂ ਲਾਈ, ਕੋਈ ਕੋਠਾ ਨਹੀਂ ਪਾਇਆ, ਕਿਸੇ ਕਿਸਮ ਨਾਲ ਕੋਈ ਮੋਹ ਕੋਈ ਲੋਭ ਲਾਲਚ ਨਹੀਂ ਕੀਤਾ। ਇੱਕ ਪੱਥਰ ਦੀ ਸਿਲਾ 'ਤੇ ਹੀ ਚੌਂਕੜਾ ਮਾਰ ਕੇ ਅਤੇ ਵੇਖੋ ਟਾਈਮ ਗੁਜ਼ਾਰ ਦਿੱਤਾ। 4 ਯੁੱਗ ਮੂੰਹ ਦੇ ਨਾਲ ਕਹਿਣੇ ਸੌਖੇ ਹੁੰਦੇ ਨੇ, 4 ਘੰਟੇ ਬਹਿਣਾ ਔਖਾ ਹੈ। ਕਦੀ ਧੁੱਪ ਕਦੀ ਛਾਂ, ਔਰ ਉਹ ਜਗ੍ਹਾ ਇਹੋ ਜਿਹੀ ਜਿੱਥੇ ਬਰਫ਼ ਹੀ ਪੈਂਦੀ ਰਹਿੰਦੀ। 6 ਮਹੀਨੇ ਤਾਂ ਬਾਰਿਸ਼ ਵਾਂਗ ਬਰਫ਼ ਡਿੱਗਦੀ ਹੈ, ਬਾਕੀ ਦੇ ਗਰਮੀਆਂ ਦੇ 6 ਮਹੀਨੇ ਉਹੀ ਬਰਫ਼ ਢਲ ਕੇ ਬਰਫ਼ ਵਰਗਾ ਪਾਣੀ ਹੁੰਦਾ। ਇਉਂ ਮਹਾਰਾਜ ਨੇ ਤਪ ਕੀਤਾ। ਹੇਮਕੁੰਡ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ, ਸਪਤ ਸ੍ਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੋ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹਵੈ ਗਇਓ। ਪੁਰਾਤਨ ਸਿੰਘਾਂ ਨੂੰ ਸਰਕਾਰਾਂ ਘਰਾਂ 'ਚ ਨਾ ਰਹਿਣ ਦਿੰਦੀਆਂ, ਉਹ ਜੰਗਲਾਂ 'ਚ ਰਹਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬਿਨਾਂ ਛੱਤ ਤੋਂ ਕਰਨਾ ਮੁਨਾਸਬ ਨਹੀਂ। ਇੱਕ ਵਾਰ ਮੈਂ ਤੰਬੂ 'ਚ ਕਰਕੇ ਬਹੁਤ ਪਛਤਾਇਆ, ਪਰ ਮਜਬੂਰੀ ਕਾਰਨ ਉਹਨਾਂ ਨੂੰ ਤੰਬੂਆਂ 'ਚ ਮਹਾਰਾਜ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਕਰਨਾ ਪੈਂਦਾ। ਪਰ ਉਹਨਾਂ ਗੁਰੂ ਗ੍ਰੰਥ ਸਾਹਿਬ ਨਹੀਂ ਛੱਡਿਆ, ਘਰ ਛੱਡ ਦਿੱਤੇ। ਤਨ ਮਾਲ ਜ਼ਮੀਨ ਜਾਇਦਾਦ ਹਾਥੀ ਘੋੜੇ ਮੱਝਾਂ ਗਾਵਾਂ ਲਵੇਰਾ ਸਭ ਕੁਝ ਤਿਆਗ ਕੇ ਅਤੇ ਵੇਖੋ ਜੰਗਲਾਂ ਦੇ ਵਿੱਚ ਤੰਬੂਆਂ ਦੇ ਵਿੱਚ ਟਾਈਮ ਗੁਜ਼ਾਰਦੇ, ਪਰ ਬਾਣੀ ਨੂੰ ਨਹੀਂ ਉਹਨਾਂ ਤਿਆਗਿਆ। ਅਖੰਡ ਪਾਠ ਸਹਿਜ ਪਾਠ ਦਾ ਭੋਗ ਪਾ ਕੇ ਹੀ ਕਿਸੇ ਮੁਹਿੰਮ ਦੇ ਚੜ੍ਹਿਆ ਕਰਦੇ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੇਖੋ ਸਾਰੀ ਉਮਰ ਧਰਮ ਦਾ ਪ੍ਰਚਾਰ ਕੀਤਾ। ਮਰਦਾਨੇ ਦੇ ਮਨ ਵਿੱਚ ਕੋਈ ਫੁਰਨਾ ਵੀ ਆਇਆ, ਸਤਿਗੁਰੂ ਜੀ ਨੇ ਰੋਕ ਦਿੱਤਾ। ਕਦੀ ਕਿਤੇ ਪ੍ਰਚਾਰ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੱਤੀ। ਆਖਰੀ ਸਮਾਂ ਕਰਤਾਰਪੁਰ ਸਾਹਿਬ ਵੀ ਕਰਤਾਰ ਦੇ ਨਾਮ 'ਤੇ ਹੀ ਨਗਰ ਵਸਾਇਆ, ਆਪਣਾ ਨਾਮ ਨਹੀਂ ਰੱਖਿਆ। ਕਰੋੜੀ ਮੱਲ ਨੇ ਜੋ ਜਗ੍ਹਾ ਭੇਟਾ ਕੀਤੀ, ਉਹ ਵੇਖੋ 550 ਸਾਲ ਹੋ ਗਿਆ ਕਰਤਾਰਪੁਰ ਵਸੇ ਨੂੰ। ਅਤੇ ਮੈਂ 2-3 ਮਹੀਨੇ ਪਹਿਲਾਂ ਦੇਖ ਕੇ ਆਇਆ, ਦਰਸ਼ਨ ਕਰਕੇ। ਨਿੱਕਾ ਜਿਹਾ ਗੁਰਦੁਆਰਾ, ਬਸ ਛੋਟਾ ਜਿਹਾ। ਉਹ ਜਿਹੜੇ ਸਿਕਿਉਰਿਟੀ ਗਾਰਡ ਪੁਲਿਸ ਵਾਲੇ ਪਠਾਨ ਆਫਿਸਰ ਖੜ੍ਹੇ, ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੈਂ ਕਿਹਾ ਸਰ ਜੀ, ਉਹ ਵਿਚਾਰੇ ਤਰਲੇ ਮਾਰ ਰਹੇ ਨੇ, ਤੁਹਾਡੇ ਭਰਾ ਵੇਖੋ ਕਿੰਨੇ ਸੋਹਣੇ ਚਿੱਟੇ ਕੱਪੜੇ ਪਾਏ ਹੋਏ, ਬਜ਼ੁਰਗ ਨੇ, ਕੋਈ ਮੁੰਡੇ ਖੁੰਡੇ ਵੀ ਨਹੀਂ, ਹੁੱਲੜਬਾਜ਼, ਅਤੇ ਉਹਨਾਂ ਨੂੰ ਤੁਸੀਂ ਅੰਦਰ ਨਹੀਂ ਲੰਘਣ ਦੇ ਰਹੇ, ਕਾਰਨ ਕੀ ਹੈ? ਕਿਉਂਕਿ ਸਾਡੇ ਗੁਰਦੁਆਰਿਆਂ ਦੀ ਤਾਂ ਇਹ ਮਰਯਾਦਾ ਹੈ ਕਿ ਗੁਰਦੁਆਰਾ ਇਕੱਲਾ ਸਿੱਖਾਂ ਦਾ ਨਹੀਂ ਹੈ, ਅਤੇ ਤੁਸੀਂ ਮੁਸਲਮਾਨਾਂ ਨੂੰ, ਆਪਣੇ ਭਰਾਵਾਂ ਨੂੰ ਹੀ ਅੰਦਰ ਕਿਉਂ ਨਹੀਂ ਦਰਸ਼ਨ ਕਰਨ ਦੇ ਰਹੇ? ਕਹਿੰਦੇ ਵੇਖੋ ਬਾਬਾ ਜੀ, ਅੰਦਰ ਸਪੇਸ ਵੇਖੋ। ਮੈਂ ਅਜੇ ਅੰਦਰ ਨਹੀਂ ਸੀ ਗਿਆ, ਵੜਨ ਤੋਂ ਪਹਿਲਾਂ ਹੀ ਮਹਿਸੂਸ ਕੀਤਾ ਵੀ ਸੰਗਤਾਂ ਉਡੀਕ ਰਹੀਆਂ, ਪਰ ਉਹ ਅੰਦਰ ਜਾਣ ਨਹੀਂ ਦਿੰਦੇ।
सानू प्राहुणियां वांग उन्होंने आओ भगत की। सो जिमें हत्थां ते चुक्की दा समझ हरेक जगह ते चुक चुक के पहुँचाया। तो जिस तरह विआह शादी बरात की रोटी पानी ना सेवा करी दी, इस तरीके दे नाल उन्होंने गैसट समझ के प्राहुणे समझ के गुरु की साध संगत का सत्कार किया। इन्ने खुश सीगे कि जिस तरह बहुत कुछ प्राप्त हो गया हो। एक नहीं सारे ही लोग कहते वेखो जगह अंदर थोड़ी है, जे इन्हों सारिया इजाजत दे दी तो तुहानू डिस्टरबेंस होगी। उपर वेखो तुहाडी इबादत चल रही है, सचमुच ही कीर्तन कर रही सी बीबियां। तो जब मैं जाके मत्था टेकिया तो मसा ही 5 कोस पासे 5 कोस पासे बंदे बहन की जगह मसा ही मत्था टेकिया जाता। परिक्रमा करनों बड़ा औखा। तो उपरली मंजिल से हेठा क्योंकि महाराज का समाधा बनया होया है, उन्नी जगह तो कवर है, मसा ही परिक्रमा हो सकती। तो कहते जे सारे अंदर भेज देते फिर तुसी भजन किवें करोगे, मसा मसा तो तुसी आए हो। तो इन्हां दा टाइम 4 बजे तो बाद है, जब तुसी चले जाओगे। मैनू समझ आ गई। फिर भी मैं क्या जी बजुर्ग ने तरला मार रहे ने, धुप बड़ी है, तो मेरी बेनती मनो। कहते भी बेनतियां करने वाले होर भी बथेरे ने, तो 2 मिनट इन्होंने को पासे खड़े हो जान, सिर अपना ढक लैन ते हाथ धो लैन। उन्होंने मैं मर्यादा समझाई तो मेरी आखे उन्होंने 2-3 अंदर लंघा दिता। तो इंज वेखो 550 साल हो गया तो बिल्डिंग अजे भी छोटी जी। हुण महसूस होंदा सानू आपां नूं कि जिन्नी संगत उत्थे जांदी है बहुत वड्डा महल होना चाहिए सीगा, और गुरु नानक साहब सच्चे पातशाह दे वेले तो ही होना चाहिए सी। हुण भावें सरकार ने जगह लैके बहुत वड्डा फैलाव कर दिता, पर वेखो गुरु साहब सच्चे पातशाह जी की उदासीनता 4 उदासियां उन्होंने कीतियां। महाराज का त्याग ते वैराग, डांग ते डेरा रखिया। असी गुरु नानक साहब के सिख हाँ, गुरु गोबिंद सिंह के सिख हाँ, तो बाणी साडा गुरु है। आज्ञा भाई अकाल की तभी चलायो पंथ, सब सिखन को हुक्म है गुरु मान्यो ग्रंथ। गुरु ग्रंथ साहब की कह रहे हैं, जेड़ा पुरख घर दियां बहुत तरह दियां सजावटां दे विच लगा रहिंदा, हमेशा ही घर बना लिया तो चंगा भला वो ढा के मुड़ के फिर नवें सिरों बना लिया, सजावट दे विच ही सारी उम्र सारा पैसा बर्बाद कर दिता, वो सेवा की करूँ दसो। मन विलास स्वादंग रस, मन के आनंद वास्ते मुड़ के विषे रसां दे रसा कसां दे स्वाद विच लगे रहिंदे ने। जिन्ने मर्जी बैडरूम होण, आ जिहड़े नच्चण गाउण वाले ने पता नहीं किन्ने बैडरूमां दीयां कोठियां, बंबे तां छोटी जगह लैनी भी औखी। जिन्ने मर्जी बैडरूम होण, आ वेखो दिल्ली दे विच किन्नी हाहाकार मच रही है। मैनूं तो इन्ना डर लगदा परमात्मा तो भी महाराज सानू बख्शी ले। सच्चे पातशाह साडी अवगण, साडे गुनाह, साडे पाप उंज ही बख्श ले। जेता समुंद सागर नीर भरिया, तेते अवगण हमारे, दया करो कश्मीर उपावो डुबदे पत्थर तारे। तुसीं अपनी अखां नाल वेख रहे हो कि बैडरूम किसी भी काम दे नहीं। एंबूलेंस कोई गड्डी नहीं लैके जा रहा, 4 बंदे नहीं लागे खड़न नूं तैयार, डांग दे नाल वास दे नाल तां अगन भेंट कर रहे हैं। ये कोई मखौल या हासा नहीं, ये रियल स्टोरी है जो संसार दी विच चल रही है। महाराज ने बाणी में सारा कुछ दर्शन कराए ने, असी मनीए भावें ना मनीए, पर एक दिन सानू मनना पऊगा। मान विलास स्वादंग रस, ये सब कुछ मन के आनंद वास्ते है। घर बार बनाना, विषे रसां दे आनंद लैने, सा जबान का स्वाद ये विच हमेशा लगे रहना। सिमरंत नानक, सतगुरु जी कथन करते हैं कि कदे भी परमेश्वर का सिमरन नहीं करते। गज के आखो सतनाम श्री वाहिगुरु। जंत कृम है,
ਜਿਹੜੇ ਕਦੀ ਵੀ ਮਹਾਰਾਜ ਦਾ ਭਜਨ ਨਹੀਂ ਕਰਦੇ, ਸਿਰਫ ਰਾਗ ਢੰਗ ਰਸਾਂ ਕਸਾਂ ਸਜਾਵਟਾਂ ਵਿੱਚ ਲੱਗੇ ਰਹਿੰਦੇ ਹਨ, ਉਹ ਬਿਸ਼ਟਾ ਗੰਦਗੀ ਦੇ ਕੀੜੇ ਸਮਝਣੇ ਚਾਹੀਦੇ ਨੇ। ਜਿਹੜੇ ਜੀਵ ਹਨ ਇਹਦੇ ਤੋਂ ਵੱਧ ਕੁਝ ਨਹੀਂ ਹੈ। ਬਿਨ ਜਪ ਜਾਪ ਜਪੇ ਬਿਨਾ ਜੋ ਜੀਵੇ ਪ੍ਰਸਾਦ, ਸੋ ਬਿਸ਼ਟਾ ਕਾ ਕਿਰਮ ਹੋਏ ਜਨਮ ਗਵਾਵੇ ਬਾਦ। ਬਿਨਾ ਜਪ ਜਪਜੀ ਤੇ ਬਿਨਾ ਜਾਪ ਸੇ ਪੜ੍ਹੇ ਤੋਂ ਜਿਹੜਾ ਕੋਈ ਭੋਜਨ ਪ੍ਰਸ਼ਾਦ ਛਕਦਾ ਹੈ, ਉਹ ਵਿਸ਼ਟਾ ਦਾ ਕਹਿੰਦੇ ਕਿਰਮ ਕੀੜਾ ਹੈ, ਇਹਦੇ ਤੋਂ ਵੱਧ ਕੁਝ ਨਹੀਂ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਕੁਝ ਕਰਮ ਧਰਮ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ। ਜਿਨੀ ਸੇਵਕ ਸੰਦ ਸਾਧ ਚੜ ਜਾਤੇ, ਤੇ ਉਹਨਾਂ ਦਾ ਸਾਰਾ ਕੁਝ ਖਾਣਾ ਪੀਣਾ ਕੋਟੀਆਂ ਕਾਰਾਂ ਸਭ ਸਾਧਨ ਸਫਲੇ ਨੇ। ਜਿਹੜੇ ਮਹਾਰਾਜ ਦਾ ਨਾਮ ਜਪਦੇ ਨੇ, ਗੁਰੂ ਘਰ ਦੀ ਸੇਵਾ ਦੇ ਵਿੱਚ ਟਰੈਕਟਰ ਟਰਾਲੀਆਂ ਲਾਉਂਦੇ ਨੇ, ਮਹਾਰਾਜ ਦੀ ਟੋਕਰੀ ਢੋਂਦੇ ਹਨ, ਗੁਰੂ ਘਰ ਦੀ ਸੇਵਾ ਕਰਦੇ ਨੇ, ਦਾਨ ਪੁੰਨ ਕਰਦੇ, ਉਹਨਾਂ ਦਾ ਸਭ ਕੁਝ ਸਫਲ ਹੈ। ਡੰਬਰ ਹੱਬ ਕੇ ਹੋ, ਭਾਵੇਂ ਬਹੁਤ ਭਾਰੀ ਤੰਬੂ ਹੱਥ ਬਣਾਉਣ ਵਾਲੇ ਬਣਾਓ ਤਨਾਓ, ਭਾਵ ਬਣਾਉਟਾਂ ਨੂੰ ਬਣਾਉਣ ਵਾਲੇ ਉਦਮੀ ਹੋਣ। ਅੱਜ ਮੁਹੱਬਤ ਨੇਹ ਅਰਥ ਵੀ ਉਹਨਾਂ ਕੋਲ ਹੋਣ, ਅਰ ਸੰਬੰਧੀਆਂ ਨਾਲ ਹਿਰਦੇ ਵਿੱਚ ਮੁਹੱਬਤ ਵੀ ਕਰਦੇ ਹੋਣ, ਤੇ ਸੰਬੰਧੀ ਵੀ ਉਹਨਾਂ ਨਾਲ ਦਿਲੋਂ ਪ੍ਰੇਮ ਕਰਦੇ ਹੋਣ। ਸਾਈ ਜੈ ਵਿਸਰੈ, ਪਰ ਜਿਨ੍ਹਾਂ ਨੂੰ ਉਹ ਮਾਲਕ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਸੋ ਤਨ ਖੇ, ਉਹਨਾਂ ਦਾ ਸਰੀਰ ਮਿੱਟੀ ਹੋਇਆ ਹੀ ਸਮਝੋ, ਅੱਜ ਨਹੀਂ ਭਲਕੇ ਨਹੀਂ ਪਰਸੋਂ ਤਾਂ ਮੜੀਆਂ 'ਚ ਚਲਾ ਜਾਏ। ਜੇ ਤਾਂ ਸਾੜ ਦਿੱਤਾ ਤਾਂ ਵੀ ਸਵਾਹ ਮਿੱਟੀ ਬਣ ਗਿਆ, ਜੇ ਦਬਤਾ ਤਾਂ ਵੀ ਮਿੱਟੀ ਬਣ ਗਿਆ। ਤੇ ਇਸ ਵਾਸਤੇ ਉਹਨਾਂ ਮਨੁੱਖਾਂ ਦੇ ਤਾਰੀ ਦਾ ਕੋਈ ਲਾਭ ਨਹੀਂ ਹੈ। ਇਸੇ ਤਰ੍ਹਾਂ ਮੁੱਚ ਅਡੰਬਰ ਹੱਬ ਕੇ ਹੋ, ਜਿਨ੍ਹਾਂ ਮਹਾਤਮਾ ਜਨਾਂ ਦੇ ਹਿਰਦੇ 'ਚ ਵਾਹਿਗੁਰੂ ਨਾਲ ਸਨੇਹ ਤੇ ਨਾਮ ਨਾਲ ਪ੍ਰੇਮ ਹੈ, ਅੱਜ ਮੁਹੱਬਤ ਨੇਹ ਉਹਨਾਂ ਦੇ ਅੰਦਰੋਂ ਦੁਨੀਆ ਦੇ ਝੂਠੇ ਅਡੰਬਰ ਪਖੰਡ ਜਾਲ ਆਦਿਕ ਸਭ ਕੁਝ ਛੁੱਟ ਗਏ, ਭਾਵ ਕੱਟੇ ਗਏ। ਸਾਰੇ ਪਦਾਰਥਾਂ ਦਾ ਮੋਹ ਵੀ ਛੱਡ ਦਿੱਤਾ। ਇਸ ਕਰਕੇ ਸਾਈ ਜੈ ਵਿਸਰੈ, ਉਹ ਮਹਾਤਮਾ ਜਨ ਜਾਣਦੇ ਨੇ ਕਿ ਜੇ ਪਰਮੇਸ਼ਰ ਭੁੱਲ ਗਿਆ ਤਾਂ ਨਾਨਕ ਸੋ ਤਨ ਖੇ, ਉਸ ਪਰਮੇਸ਼ਰ ਦੇ ਭੁੱਲਣੇ ਕਰਕੇ ਸਰੀਰ ਦੇ ਉੱਤੇ ਵਿਸ਼ਿਆਂ ਦੀ ਲਾਹਨਤ ਦਾ ਰੂਪ ਸਵਾਹ ਹੀ ਪੈਂਦੀ ਹੈ। ਸੁੰਦਰ ਸੇਜ ਅਨੇਕ ਸੁਖ, ਚੌਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਸੋਹਣੀਆਂ ਦੁੱਧ ਦੀਆਂ ਝੱਗ ਵਰਗੀਆਂ ਚਿੱਟੀਆਂ ਸੇਜਾਂ ਭਾਵੇਂ ਬਣਾਈਆਂ ਹੋਣ, ਅਨੇਕ ਪ੍ਰਕਾਰ ਦੇ ਸਖੀਆਂ ਦੇ ਨਾਲ ਸੁਖ ਹੋਣ, ਰਸ ਭੋਗਣ ਪੂਰੇ, ਹਰੇਕ ਪ੍ਰਕਾਰ ਦੇ ਪਾਰੀ ਆਦਿਕਾਂ ਦੇ ਰਸ ਕੱਢ ਕੱਢ ਕੇ ਪੂਰਨ ਭੋਗਾਂ ਨੂੰ ਭੋਗਣ ਵਾਲੇ ਹੋਣ, ਪੂਰਨ ਰਸਾਂ ਦੇ ਸਵਾਦ ਨੂੰ ਮਾਨਣ ਵਾਲੇ ਭਾਵੇਂ ਹੋਣ। ਕਲਯੁਗ ਨੇ ਗੁਰੂ ਸਾਹਿਬ ਨੂੰ ਇਹ ਭੇਟਾ ਦੇਣੀਆਂ ਚਾਹੀਆਂ। ਮਹਾਰਾਜ ਨੇ ਕਲਯੁਗ ਦੀਆਂ ਭੇਟਾਂ ਜਾਣ ਕੇ ਨਕਾਰ ਦਿੱਤਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾਉ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀ ਥਾਉ ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ, ਮੋਹਣੀ ਮੁਖ ਮਨੀ ਸੋਹੈ, ਕਰੇ ਰੰਗ ਬਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾਉ। ਯਾਨੀ ਸੋਹਣੀਆਂ ਸੇਜਾਂ ਇਹ ਬਿਨਾਂ ਪਰਮੇਸ਼ਰ ਦੇ ਨਾਮ ਤੋਂ, ਜਪਜੀ ਸਾਹਿਬ ਦੇ ਪਾਠ ਤੋਂ ਕਲਯੁਗ ਦੀਆਂ ਭੇਟਾਂ ਸਮਝੋ। ਚੰਦਨ ਸੁਗੰਧ, ਘਰ ਵਿੱਚ ਸੋਨਾ ਤੇ ਚੰਦਨ ਆਦਿਕ ਦੀਆਂ ਖੁਸ਼ਬੂਆਂ, ਲਾਏ ਮੋਤੀ ਹੀਰੇ, ਹਰ ਮੋਤੀ ਤੇ ਹੀਰੇ ਲਾਏ ਹੋਣ। ਸਾਧ ਸੰਗਤ ਜੀਓ, ਸੋਨਾ ਤਾਂ ਬਿਲਕੁਲ ਨਾ ਤਾਂ ਖਰੀਦੋ ਤੇ ਨਾ ਹੀ ਪਾਓ, ਜੋ ਮਹਾਂਪੁਰਖਾਂ ਨੇ ਸਾਨੂੰ ਸਮਝਾਇਆ। ਮੈਂ ਘੜੀ ਲਈ ਤੇ ਮਹਾਂਪੁਰਖਾਂ ਤਰਕ ਕੀਤਾ ਵੀ ਇਹ ਮਰਜ਼ਾਦਾ ਨਹੀਂ ਹੈ। ਘੜੀ ਗੁੱਟ 'ਤੇ ਬੰਨਣ ਦੀ ਵੀ ਮਰਜ਼ਾਦਾ ਨਹੀਂ, ਸੰਤਾਂ ਦਾ ਵਚਨ ਹੈ, ਪਰ ਮੈਂ ਵਚਨ ਮੰਨਿਆ ਨਹੀਂ, ਨਾ ਮੰਨ ਸਕਿਆ।
ਸਤਿਗੁਰੂ ਰਹਿਮਤ ਕਰਨ, ਸੋਨੇ ਦਾ ਕੜਾ ਛਾਪ ਪਾਉਣੀ। ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ। ਸੱਚਮੁੱਚ ਹੀ ਜਿਨ੍ਹਾਂ ਸੋਨੇ ਦੇ ਕੜੇ ਗੰਗਾ ਛੁੱਟ ਦਿੱਤੇ ਸੀਗੇ। ਅਤੇ ਸਾਡਾ ਮੋਹ ਅਤੇ ਪਿਆਰ ਕਿਹਨਾਂ ਚੀਜ਼ਾਂ ਨਾਲ ਹੈ? ਜੇ ਰੱਬ ਨੇ ਸੋਨਾ ਦਿੱਤਾ ਸੁੱਖ ਨਾਲ, ਅਤੇ ਗੁਰਦੁਆਰਾ ਸਾਹਿਬ ਗੋਲਕ ਬਣੀ ਹੋਈ ਹੈ। ਮੈਂ ਤਾਂ ਕਈਆਂ ਨੂੰ ਬੇਨਤੀ ਕੀਤੀ ਹੈ ਵੀ ਤੁਹਾਡੀ ਛਾਪ 'ਤੇ ਮੁੰਦਰੀ ਅਤੇ ਕੋਈ ਧੀ ਪੁੱਤ ਲੈ ਗਿਆ ਜਾਂ ਕਿਸੇ ਨੇ ਕੋਈ ਚੋਰੀ ਕਰ ਲਈ, ਬੰਦੇ ਦੇ ਮਨ ਨੂੰ ਹੋਊਗਾ, ਜਾਂ ਛੱਡ ਕੇ ਵੀ ਤੋਰੀ ਜਾਣਾ, ਕਿੰਨਾ ਕੁ ਚਿਰ ਰਹਿਣਾ। ਅਤੇ ਜੇ ਤੁਸੀਂ ਗੋਲਕ 'ਚ ਪਾ ਦਿਓਗੇ ਤਾਂ ਗੁੰਮਟ 'ਤੇ ਪਤਾ ਨਹੀਂ ਹਜ਼ਾਰਾਂ ਸਾਲ ਲੱਗੀ ਮਹਾਰਾਜ ਦੇ। ਵੇਖੋ ਸ਼ੋਭਾ ਬਣੀ ਰਹੂਗੀ। ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਈਏ। ਸੱਚਖੰਡ ਹਰਿਮੰਦਰ ਸਾਹਿਬ ਪਹਿਲਾਂ ਨਾ ਤਾਂ ਪਰਿਕਰਮਾ ਸੀਗੀ ਅਤੇ ਨਾ ਹੀ ਸੋਨਾ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸ਼ੁਰੂ ਕੀਤੀ ਸੇਵਾ ਜਿੰਨੀ ਵੀ ਹੈ। ਰੱਬ ਨੂੰ ਉਹਨੇ ਸੋਨਾ ਦਿੱਤਾ ਅਤੇ ਸਭ ਤੋਂ ਪਹਿਲਾਂ ਉਹਨੇ ਹਰਿਮੰਦਰ ਸਾਹਿਬ 'ਤੇ ਲਾਇਆ। ਫਿਰ ਉਹਦੇ ਗਾਂ ਸਾਹਿਬਜ਼ਾਦਿਆਂ ਨੇ ਤਰਨ ਤਾਰਨ ਸਾਹਿਬ, ਹਜ਼ੂਰ ਸਾਹਿਬ ਗੁਰਦੁਆਰੇ ਨੂੰ ਪਤਾ ਨਹੀਂ ਕਿੰਨੀਆਂ ਹੀ ਜ਼ਮੀਨਾਂ ਉਹਨਾਂ ਦੀਆਂ ਗੁਰਦੁਆਰੇ ਦੇ ਅਜੇ ਵੀ ਨਾਂ ਹਨ। ਜੇ ਰੱਬ ਨੇ ਆਪ ਨੂੰ ਦਿੱਤਾ ਹੈ ਅਤੇ ਬੜੀਆਂ ਮੁਬਾਰਕਾਂ ਨੇ। ਜੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਨੂੰ ਜਾਂ ਕੋਈ ਮਹਾਰਾਜ ਦੀ ਜਗ੍ਹਾ ਖੁੱਲ੍ਹੀ ਕਰਨ ਨੂੰ ਥੋੜ੍ਹਾ ਬਹੁਤਾ ਕੋਈ ਜਗ੍ਹਾ ਦੀ ਲੋੜ ਹੈ ਜਾਂ ਕੋਈ ਕਿਸੇ ਕਿਸਮ ਦੀ ਸੇਵਾ, ਸੋ ਜਿਨ੍ਹਾਂ ਨੂੰ ਨਹੀਂ ਦਿੱਤਾ ਉਹ ਚਾਹੁੰਦੇ ਨੇ ਵੀ ਸਾਨੂੰ ਮਹਾਰਾਜ ਦੇਵੇ। ਤੋ ਸੇਵਾ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਲਓ, ਮਹਾਰਾਜ ਤੁਹਾਡੀਆਂ ਕੁਲਾਂ ਤਾਰ ਦੇਊਗਾ। ਹਮੇਸ਼ਾ ਬੰਦੇ ਨੇ ਨਹੀਂ ਰਹਿਣਾ ਧਰਤੀ 'ਤੇ, ਸੋਨਾ ਇੱਥੇ ਹੀ ਪਿਆ ਰਹਿਣਾ ਹੈ। ਤੋ ਇਸ ਵਾਸਤੇ ਆਹ ਜਿਹੜੇ ਸੈਂਟ ਨੇ, ਖੁਸ਼ਬੂਆਂ ਨੇ, ਇਹ ਵੀ ਫਜ਼ੂਲ ਦਾ ਹੀ ਹੈ ਸਭ ਕੁਛ। ਠੀਕ ਹੈ, ਬੰਦਾ ਸਾਬਣ ਲਾ ਕੇ ਵੱਧ ਤੋਂ ਵੱਧ ਨਹਾ ਧੋ ਲਏ ਅਤੇ ਸੋਹਣੇ ਵਸਤਰ ਪਾ ਲਏ। ਜਿਹੜਾ ਸੈਂਟ ਅਤੇ ਖੁਸ਼ਬੂਆਂ, ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ 'ਚ ਹੀ ਹੋਣੀਆਂ ਚਾਹੀਦੀਆਂ, ਜਿੱਥੇ ਭਗਤੀ ਹੋ ਰਹੀ ਹੈ, ਸ਼ਹੀਦਾਂ ਦੀਆਂ ਆਤਮਾਵਾਂ ਦਾ ਵਾਸਾ ਹੈ। ਇੱਥੇ ਹੀ ਧੂਪ ਦਿਖਾਓ, ਜੋਤ ਜਗਾਓ, ਇੱਥੇ ਹੀ ਸੈਂਟ ਜੋ ਫੁੱਲਾਂ ਦੀ ਮਾਲਾ, ਇੱਥੇ ਹੀ ਭੇਟਾ ਕਰੋ। ਸਰੀਰ ਤਾਂ ਨਿਕੰਮਾ, ਘੰਟੇ 2 ਘੰਟੇ ਬਾਅਦ ਮੁੜਕਾ ਆ ਗਿਆ, ਫਿਰ ਖਰਾਬ। ਹੁਣ ਮਹਾਰਾਜ ਦਾ ਮੁੜਕਾ ਹੀ ਇਹ ਹੁਣ ਛਿੜਕੋਗੇ ਤਾਂ ਦੁਪਹਿਰ ਸ਼ਾਮ ਤੱਕ ਉਸੇ ਤਰ੍ਹਾਂ ਹੀ ਸੁਗੰਧੀ ਆਉਂਦੀ ਰਹੂਗੀ। ਅਤੇ ਇਸ ਵਾਸਤੇ ਇਹ ਗੁਰਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ। ਮੋਤੀ ਅਤੇ ਹੀਰਿਆਂ ਦੀਆਂ ਜਿੰਨੀਆਂ ਮਰਜ਼ੀ ਮਾਲਾ ਪਾ ਲਈਏ, ਮਰੇ ਤੋਂ ਬਾਅਦ ਤਾਂ ਫਿਰ ਮੁਰਦਾ ਹੀ ਹੋ ਜਾਣਾ ਹੈ। ਮਨ ਦੀ ਇੱਛਾ ਅਨੁਸਾਰ ਵਿਸ਼ੇ ਸੁੱਖਾਂ ਨੂੰ ਭਾਵੇਂ ਭੋਗਦਾ ਹੈ, ਕਿਸੇ ਦਾ ਝੋਰਾ ਵੀ ਨਾ ਹੋਵੇ। ਇੰਨੇ ਪਦਾਰਥ ਪਾ ਕੇ ਵੀ ਜੇ ਮਹਾਰਾਜ ਦਾ ਨਾਮ ਚੇਤੇ ਨਹੀਂ ਆਉਂਦਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੰਦਗੀ ਦਾ ਕੀੜਾ ਹੈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਇਕ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਕੀਟਾਂ ਅੰਦਰ ਕੀਟ ਕਰ, ਕੀੜਿਆਂ ਦੇ ਵਿੱਚੋਂ ਗੰਦਗੀ ਦਾ ਕੀੜਾ, ਦੋਸ਼ੀ ਦੋਸਤ, ਦੋਸ਼ੀਆਂ ਤੋਂ ਦੋਸ਼ੀ। ਵੀ ਇਹਨਾਂ ਤੈਨੂੰ ਉਮਰ ਦਿੱਤੀ, ਇੰਨਾ ਸੋਹਣਾ ਜਨਮ ਦਿੱਤਾ, ਰੱਬ ਦਾ ਨਾਮ ਨਹੀਂ ਜਪ ਕੇ ਆਇਆ ਹੋਏ, ਤੇਰੇ ਧੌਣ 'ਤੇ ਮਾਰੀਏ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਕੀ ਤੇਰਾ ਗਿਆਨ ਧਿਆਨ ਦੱਸ, ਕੀ ਤੂੰ ਪੰਡਤ ਪੁਣਾ ਲਈ ਫਿਰਦਾ ਰਿਹਾ? ਨਾਮ ਤਾਂ ਜਪਿਆ, ਮਾਲਾ ਫੇਰੀ ਲੋਕਾਂ ਨੂੰ ਸਮਝਾਉਂਦਾ ਰਿਹਾ। ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ। ਸਤਿਗੁਰੂ ਰਹਿਮਤ ਕਰਨ। ਹਰ ਨਾਮ ਨਾ ਸਾਥ ਹੋਏ, ਜਿੱਥੇ ਮਰਜੀ ਭੱਜ ਲਓ, ਦੌੜ ਲਓ, ਹਰੀ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਤੁਹਾਨੂੰ ਸ਼ਾਂਤੀ ਨਹੀਂ ਜੇ ਆ ਸਕਦੀ। ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਕਿਸ ਤਰ੍ਹਾਂ, ਕਿਹੜੀ ਵਿਧੀ ਹੈ ਜਿਹਦੇ ਨਾਲ ਧੀਰਜ ਮਿਲੇ। ਭਾਵ ਹਰ ਵਕਤ ਤ੍ਰਿਸ਼ਨਾ ਰੂਪੀ ਅੱਗ 'ਚ ਤਪਦੇ ਰਹਿੰਦੇ ਨੇ ਉਹ ਲੋਕ, ਇਸ ਕਰਕੇ ਕਿਸ ਵਿਧੀ ਨਾਲ ਉਹਨਾਂ ਦੇ ਮਨ ਨੂੰ ਧੀਰਜਤਾ ਪ੍ਰਾਪਤ ਹੋਵੇ। ਆ PGI ਵੇਖੋ, ਲੋਕ ਲੰਗਰ ਵਰਤਾ ਰਹੇ ਨੇ, ਕੋਈ ਦਵਾਈਆਂ ਦੀ ਸੇਵਾ ਕਰ ਰਿਹਾ। ਰੱਬ ਨੇ ਦਿਖਾ ਦਿੱਤਾ ਵੀ ਧੀਆਂ ਪੁੱਤ ਕੱਖ ਦੇ ਨਹੀਂ। ਇਸ ਲਈ ਦੁਨੀਆ ਨੂੰ ਸਮਝ ਆ ਗਈ ਵੀ ਇਹ ਜਿਹੜਾ ਦਾਨ ਪੁੰਨ ਹੈ, ਇਹੀ ਬੰਦੇ ਦੇ ਨਾਲ ਜਾਣਾ, ਨਾਮ ਅਤੇ ਭਗਤੀ ਹੀ ਨਾਲ ਜਾਣੀ ਹੈ। ਜਿਨ੍ਹਾਂ ਲਈ ਟੁੱਟ ਟੁੱਟ ਮਰਦੇ ਆ, ਉਹਨਾਂ ਧੇਲਾ ਵੀ ਕੀਮਤ ਨਹੀਂ ਪਾਉਣੀ। ਵੱਧ ਤੋਂ ਵੱਧ ਕੰਧ ਦੇ ਫੋਟੋ ਲਾ ਕੇ ਹਾਰ ਪਾ ਦੇਣਗੇ, ਇਸ ਤੋਂ ਵੱਧ ਹੋਰ ਕੁਛ ਨਹੀਂ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ।
ਅੱਗੇ ਦੋ ਸਮਤ ਬਖਸ਼ਨੇ। ਸੋ ਪ੍ਰਭ ਚਿਤਨਾ ਆਵਈ ਵਿਸਟਾ ਕੇ ਕੀਰੇ। ਬਿਨ ਹਰ ਨਾਮ ਨ ਸਾਂਧ ਹੋਏ ਕਿਤ ਵਿਦ ਮਨ ਧੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ।